ਸੋ ਜੋਗੀ ਤਰ ਬਾਸ਼ਨਾ ਜਨਮਿਓ ਗੁਰਕੁਲ ਮਾਹੇ ਵੈ ਅਨੁਸਾਰੀ ਵਾਸ਼ਨਾ ਪ੍ਰਗਟਿਓ ਆਪਣੀ ਚਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਅਨਾਥ ਨਾਥ ਭਗਤ ਵਛਲ ਸਤਿਗੁਰੂ ਪਤਿਤ ਉਦਾਹਰਨ ਸਤਿਗੁਰ ਮੇਰਾ ਮੋਹੇ ਤਿਸ ਕਾ ਪਰਵਾਸਾ। ਐਸੇ ਪਤਿਤ ਪਾਵਨ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਨਾ ਪਵਿੱਤਰ ਪਾਵਨ ਸੱਚਖੰਡ ਦੀਵਾਨਾਂ ਅੰਦਰ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਰਚਨਾ ਕੀਤੀ। ਬੜਾ ਵੱਡਾ ਤੀਰਥ ਗੁਰੂ ਘਰ ਵਿੱਚ ਲਾਇਆ ਹੈ ਔਰ ਫਿਰ ਸਤਿਗੁਰਾਂ ਨੇ ਇਸ ਮਹਾਨ ਤੀਰਥ ਦਾ ਮਹਾਤਮ ਗੁਰੂ ਕੀਆਂ ਸੰਗਤਾਂ ਨੂੰ ਦੱਸਿਆ ਕਿ ਬੌਲੀ ਸਾਹਿਬ ਦੇ ਇਸ ਪਾਵਨ ਅੰਮ੍ਰਿਤ ਜਲ ਵਿੱਚ 84 ਵਾਰ ਇਸ਼ਨਾਨ ਕਰਕੇ 84 ਪੌੜੀਆਂ ਤੇ ਇੱਕ ਇੱਕ ਪੌੜੀ ਤੇ ਬੈਠਦਾ ਹੋਇਆ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇਗਾ। ਉਹਦੀ 84 ਕੱਟੀ ਜਾਏਗੀ, 84 ਲੱਖ ਜੂਨੀਆਂ ਤੋਂ ਮੁਕਤ ਹੋ ਜਾਏਗਾ। ਨਾਲ ਇਹ ਵੀ ਬਚਨ ਕੀਤਾ ਵੀ ਇਸ ਪਾਵਨ ਤੀਰਥ ਵਿੱਚ ਇਸ਼ਨਾਨ ਕਰਕੇ ਤਿੰਨਾਂ ਲੋਕਾਂ ਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਗੁਰਸਿੱਖਾਂ ਨੂੰ। ਇਹਦੇ ਵਿੱਚ ਸਤਿਗੁਰਾਂ ਨੇ ਇੱਕ ਕੌਤਕ ਵੀ ਪ੍ਰਗਟ ਕੀਤਾ। ਸਤਿਗੁਰਾਂ ਦਾ ਇੱਕ ਮਿੱਤਰ ਸੀ, ਉਹ ਗੰਗਾ ਦਾ ਸ਼ਰਧਾਲੂ ਸੀ। ਮਹਾਰਾਜ ਜੀ ਨੇ ਆਖਿਆ, ਭਾਈ ਇੱਥੇ ਇਸ਼ਨਾਨ ਕਰ ਲੈ, ਬਜ਼ੁਰਗ ਹੋ ਗਿਆ, ਏਡੀ ਦੂਰ ਕਾਹਨੂੰ ਜਾਣਾ? ਅਸੀਂ ਗੰਗਾ ਇੱਥੇ ਹੀ ਲੈ ਆਂਦੀ। ਉਹਦੇ ਮਨ 'ਚ ਸ਼ੰਕਾ ਸੀ, ਕਹਿੰਦਾ ਜੀ ਮੈਂ ਜਾਣਾ ਚਾਹੁੰਦਾ, ਹੁਣ ਤਾਂ ਘਰੋਂ ਚੱਲ ਕੇ ਆਇਆ। ਪਾਤਸ਼ਾਹ ਕਹਿੰਦੇ ਫਿਰ ਉੱਥੋਂ ਸਾਡੇ ਵਾਸਤੇ ਵੀ ਜਲ ਲਈ ਆਵੀਂ। ਜਦੋਂ ਉੱਥੇ ਜਾ ਕੇ ਗੰਗਾ 'ਚ ਇਸ਼ਨਾਨ ਕੀਤਾ, ਲੋਟਾ ਭਰ ਕੇ ਜਲ ਦਾ ਲਿਆਉਣ ਲੱਗਾ ਤੇ ਲੋਟਾ ਹੱਥ 'ਚੋਂ ਛੁੱਟ ਗਿਆ। ਉਹ ਗੰਗਾ ਦੇ ਪਾਣੀ 'ਚ ਵਹਿ ਗਿਆ। ਇੰਨੇ ਨੂੰ ਕਾਹਲ ਸੀ, ਦੁਬਾਰਾ ਕਿਸੇ ਪ੍ਰਕਾਰ ਨਾਲ ਜਲ ਉੱਥੋਂ ਲੈ ਨਹੀਂ ਸਕਿਆ। ਖਾਲੀ ਹੱਥ ਮੁੜਿਆ ਤੇ ਸਤਿਗੁਰੂ ਆਖਿਆ, ਭਾਈ ਉਹ ਲੋਟਾ ਤਾਂ ਸਾਡੇ ਇੱਥੇ ਗੰਗਾ ਲੈ ਕੇ ਹਾਜ਼ਰ ਹੋ ਗਈ ਹੈ। ਜੇ ਯਕੀਨ ਨਹੀਂ ਤੇ ਗੰਗਾ ਦਾ ਉਹ ਪ੍ਰਵਾਹ ਤੂੰ ਬੌਲੀ ਸਾਹਿਬ 'ਚ ਵੇਖ ਸਕਦਾ। ਜਦੋਂ ਇਹਨੇ ਜਾ ਕੇ ਵੇਖਿਆ ਤੇ ਉਹ ਲੋਟਾ ਸਤਿਗੁਰਾਂ ਦੀ ਬੌਲੀ ਵਿੱਚੋਂ ਪ੍ਰਗਟ ਹੋਇਆ। ਫਿਰ ਇਹਦਾ ਨਿਸ਼ਚਾ ਬਣਿਆ ਵੀ ਵਾਕਈ ਇੱਥੇ ਗੰਗਾ ਵੀ ਵਹਿੰਦੀ ਹੈ। ਜਿੱਥੇ ਸਤਿਗੁਰਾਂ ਦੇ ਚਰਨ ਪੈਂਦੇ ਨੇ ਉੱਥੇ ਤਿੰਨਾਂ ਲੋਕਾਂ ਦੇ ਤੀਰਥ ਆ ਕੇ ਨਮਸਕਾਰ ਕਰਦੇ ਨੇ, ਇਹਦੇ 'ਚ ਕੋਈ ਸੰਦੇਹ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਬੌਲੀ ਸਾਹਿਬ ਦਾ ਮਹਾਤਮ ਪ੍ਰਗਟ ਕਰ ਰਹੇ ਨੇ। ਇਤਨੇ ਨੂੰ ਇੱਕ ਯੋਗੀ ਸਿੱਧ ਪੁਰਸ਼ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆਇਆ, ਕਹਿਣ ਲੱਗਾ, ਜੀ ਮਹਾਰਾਜ ਮੈਂ ਬੜਾ ਲੰਮੇ ਸਮੇਂ ਤੱਕ ਤਪੱਸਿਆ ਕੀਤੀ ਹੈ, ਬੜਾ ਦੀਰਘ ਤਪ ਕੀਤਾ ਹੈ।
ਰਿੱਧੀਆਂ ਸਿੱਧੀਆਂ ਮੇਰੇ ਕੋਲ ਬਹੁਤ ਨੇ। ਉਹਨਾਂ ਰਿੱਧੀਆਂ ਸਿੱਧੀਆਂ ਨਾਲ ਮੈਂ ਬੜਿਆਂ ਲੋਕਾਂ ਨੂੰ ਆਪਣੇ ਵੱਸ ਵਿੱਚ ਵੀ ਕੀਤਾ ਹੈ, ਪਰ ਹੁਣ ਮੈਨੂੰ ਪਤਾ ਲੱਗਾ ਵੀ ਉਹ ਜਿੰਨੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ ਸਭ ਝੂਠੀਆਂ ਨੇ। ਤੇ ਮਹਾਰਾਜ ਪਰ ਮੇਰੇ ਹਿਰਦੇ ਨੂੰ ਜਿਹੜਾ ਆਨੰਦ ਹੈ ਉਹ ਨਹੀਂ ਪ੍ਰਾਪਤ ਹੋਇਆ, ਅੰਦਰ ਦੇ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰਾਂ ਨੇ ਬਚਨ ਕੀਤਾ, ਯੋਗੀ ਜੀ ਜੇ ਫਿਰ ਆਨੰਦ ਅੰਦਰ ਦਾ ਲੈਣਾ ਨਾ, ਫਿਰ ਤੁਹਾਨੂੰ ਇਹ ਸਰੀਰ ਛੱਡ ਕੇ ਦੁਬਾਰਾ ਜਨਮ ਲੈਣਾ ਪਵੇਗਾ, ਔਰ ਜਨਮ ਲੈ ਕੇ ਸਾਡੇ ਘਰ ਚ ਆਓ, ਫਿਰ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਇਸ ਯੋਗੀ ਨੇ, ਇਸ ਸਿੱਧ ਪੁਰਸ਼ ਨੇ ਉਸੇ ਵੇਲੇ ਸਰੀਰ ਤਿਆਗ ਦਿੱਤਾ। ਸਰੀਰ ਤਿਆਗ ਕੇ ਜਿਵੇਂ ਗੁਰੂ ਘਰ ਦੇ ਵਿੱਚ ਜਨਮ ਲੈ ਕੇ ਗੁਰੂ ਸਾਹਿਬ ਦਾ ਪੋਤਰਾ ਬਣ ਕੇ ਆਇਆ, ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਪ੍ਰਸੰਗ ਵਿੱਚ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਪਾਵਨ ਆਤਮ ਕਥਾ ਹੈ। ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਜੋਗੀ ਤਰ ਬਾਸ਼ਨਾ, ਜਨਮਿਓ ਗੁਰ ਕੁਲ ਮਾਏ। ਗੁਰੂ ਖਾਲਸਾ ਜੀ ਉਹੀ ਯੋਗੀ ਜਿਹਦੇ ਅੰਦਰ ਆਨੰਦ ਦੀ ਪ੍ਰਾਪਤੀ ਦੀ ਇੱਛਾ ਸੀ, ਔਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਰੀਰ ਛੱਡ ਦੇ ਪੁਰਾਣਾ, ਇਹ ਜੀਰਨ ਸਰੀਰ ਛੱਡ ਕੇ ਤੈਨੂੰ ਦੁਬਾਰਾ ਜਨਮ ਲੈਣਾ ਪੈਣਾ। ਕਹਿੰਦੇ ਉਸੇ ਯੋਗੀ ਨੇ ਸਰੀਰ ਧਰ ਤਿਆਗਿਆ ਔਰ ਆਪਣੇ ਹਿਰਦੇ ਵਿੱਚ ਆਨੰਦ ਦੀ ਵਾਸ਼ਨਾ ਲੈ ਕੇ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਪਰਮ ਆਨੰਦ ਦੀ ਪ੍ਰਾਪਤੀ ਦੀ ਵਾਸ਼ਨਾ ਲੈ ਕੇ ਉਸੇ ਯੋਗੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿੱਚ ਸਤਿਗੁਰਾਂ ਦੇ ਗ੍ਰਹਿ ਵਿੱਚ ਜਨਮ ਲਿਆ ਹੈ। ਵੈ ਅਨੁਸਾਰੀ ਵਾਸ਼ਨਾ, ਪ੍ਰਗਟਿਓ ਆਪਣੀ ਚਾਹੇ। ਉਹਦੇ ਹਿਰਦੇ 'ਚ ਵਾਸ਼ਨਾ ਸੀ ਆਨੰਦ ਦੀ, ਕਿਉਂਕਿ ਵਾਸ਼ਨਾ ਹੀ ਜਨਮ ਦਿੰਦੀ ਹੈ ਜੀਵ ਨੂੰ। ਅਸੀਂ ਤੁਸੀਂ ਜਿਤਨੇ ਵੀ ਜਨਮ ਲੈ ਕੇ ਆਏ ਹਾਂ, ਸਾਡੀਆਂ ਵਾਸ਼ਨਾਵਾਂ ਸਾਨੂੰ ਲੈ ਕੇ ਆਈਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਥਨ ਹੈ, ਅਕਸਰ ਮੈਂ ਜ਼ਿਕਰ ਕਰਦਾ ਹੁੰਨਾ। ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੈ ਜਾਏ। ਵਾਸ਼ਨਾ ਜਿਹੜੀ ਆ ਉਹ ਜਨਮ ਦਿੰਦੀ ਹੈ। ਯੋਗੀ ਦੇ ਅੰਦਰ ਵੀ ਵਾਸ਼ਨਾ ਸੀ, ਇਹਦੇ ਅੰਦਰ ਵਾਸ਼ਨਾ ਚੰਗੀ ਸੀ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ। ਉਸੇ ਆਨੰਦ ਦੀ ਵਾਸ਼ਨਾ ਲੈ ਕੇ ਆਪਣੇ ਹਿਰਦੇ ਵਿੱਚ ਉਸ ਵਾਸ਼ਨਾ ਦੇ ਅਨੁਸਾਰੀ ਹੋ ਕੇ ਇਹਨੇ ਗੁਰੂ ਘਰ ਦੇ ਵਿੱਚ ਜਨਮ ਲਿਆ ਹੈ। ਗੁਰੂ ਘਰ ਦੇ ਵਿੱਚ ਜਨਮ ਧਾਰਨ ਕਰਕੇ ਆਇਆ ਹੈ। ਜੋ ਪਈ ਸ੍ਰੀ ਗੁਰੂ ਅਮਰਦਾਸ ਕੇ ਨੰਦ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਪੁੱਤਰ ਨੇ ਬਾਬਾ ਮੋਹਰੀ ਜੀ। ਦੋ ਸਾਹਿਬਜ਼ਾਦੇ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ। ਵੱਡਿਆਂ ਦਾ ਨਾਮ ਬਾਬਾ ਮੋਹਨ ਜੀ ਸੀ ਔਰ ਛੋਟੇ ਬਾਬਾ ਮੋਹਰੀ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋ ਸਪੁੱਤਰ ਹਨ, ਪ੍ਰਥਮ ਪਏ ਦ્વੈ ਸ਼ੁਭ ਜਨ ਚੰਦ। ਤੇ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਨੇ, ਮਾਨੋ ਚੰਦਰਮਾ ਦੇ ਸਮਾਨ ਸੁੰਦਰ ਹੋਣ। ਬੜੇ ਸੁੰਦਰ ਸਨ, ਸੋਹਣੇ ਸੁਭਾਅ ਵਾਲੇ ਸਨ, ਤੇ ਕਹਿੰਦੇ ਮਾਨੋ ਜਿਵੇਂ ਦੋ ਚੰਦਰਮਾ ਹੀ ਸਤਿਗੁਰਾਂ ਦੇ ਗ੍ਰਹਿ ਵਿਖੇ ਆਏ ਹੋਣ। ਭਇਓ ਬੜੋ ਮੋਹਨ ਤਿਸ ਨਾਮ। ਜਿਹੜਾ ਸਤਿਗੁਰਾਂ ਦਾ ਵੱਡਾ ਸਪੁੱਤਰ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਨੇ, ਔਰ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਮਾਮਾ ਜੀ ਵੀ ਨੇ। ਇਹਨਾਂ ਦਾ ਨਾਮ ਬਾਬਾ ਮੋਹਨ ਜੀ ਹੈ। ਬਾਬਾ ਮੋਹਨ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਨੇ, ਔਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਵੱਡੇ ਸਪੁੱਤਰ ਹਨ, ਵੱਡੇ ਸਾਹਿਬਜ਼ਾਦੇ ਹਨ।
ਪਰਮ ਵਿਰਾਗਵਾਨ ਨਿਸ਼ਕਾਮ। ਬਾਬਾ ਮੋਹਨ ਜੀ ਬਹੁਤ ਹੀ ਪਰਮ ਵਿਰਾਗੀ ਅਵਸਥਾ ਦੇ ਧਾਰਨੀ ਸੀ। ਉਹਨਾਂ ਅੰਦਰ ਪੂਰਨ ਪਰਮ ਵਿਰਾਗ ਸੀ। ਕਦੇ ਕਿਸੇ ਪ੍ਰਕਾਰ ਦੀ ਕਾਮਨਾ, ਕੋਈ ਵਾਸ਼ਨਾ ਹਿਰਦੇ 'ਚ ਪ੍ਰਗਟ ਹੀ ਨਹੀਂ ਸੀ ਹੁੰਦੀ। ਬਾਬਾ ਮੋਹਨ ਜੀ ਪੂਰਨ ਤੌਰ ਤੇ ਪਰਮ ਵਿਰਾਗੀ ਸਨ। ਗਿਆਨ ਆਨੰਦ ਮੈਂ ਸਦਾ ਬਿਲਾਸੈ। ਜਿਹੜਾ ਗਿਆਨਾ ਆਨੰਦ ਹੈ, ਗਿਆਨਾ ਆਨੰਦ ਕਹਿੰਦੇ ਨੇ ਅੰਦਰ ਦਾ ਆਨੰਦ, ਆਤਮਾ ਦਾ ਆਨੰਦ। ਉਸ ਗਿਆਨਾ ਆਨੰਦ ਦੀ ਅਵਸਥਾ ਵਿੱਚ ਬਾਬਾ ਮੋਹਨ ਜੀ ਦੀ ਸੁਰਤ ਟਿਕੀ ਰਹਿੰਦੀ ਸੀ। ਆਪਣੇ ਅੰਦਰਲੇ ਉਸ ਪਰਮ ਆਨੰਦ ਵਿੱਚ ਬਾਬਾ ਮੋਹਨ ਜੀ ਦਾ ਧਿਆਨ ਉਹ ਜੁੜਿਆ ਰਹਿੰਦਾ ਹੈ। ਔਰ ਵਿਕਾਰ ਕੋ ਲੇਸ਼ ਨ ਤਾਸੈ। ਬਾਬਾ ਮੋਹਨ ਜੀ ਦੇ ਹਿਰਦੇ ਵਿੱਚ ਰੰਚਕ ਮਾਤਰ ਵੀ ਕਦੇ ਕਿਸੇ ਵਿਕਾਰ ਦਾ ਲੇਸ਼ ਨਹੀਂ ਸੀ ਫੁਰਦਾ। ਵਿਕਾਰ ਬਾਹਰ ਬਹੁਤੇ ਵਿਕਾਰ ਫੁਰਨ ਤੇ ਇੱਕ ਪਾਸੇ ਰਹੇ, ਵਿਕਾਰਾਂ ਦਾ ਲੇਸ਼ ਵੀ ਬਾਬਾ ਮੋਹਨ ਜੀ ਦੇ ਹਿਰਦੇ 'ਚ ਨਹੀਂ ਸੀ ਉਪਜਦਾ। ਬਹੁਤ ਉੱਚੀ ਅਵਸਥਾ ਦੇ ਮਾਲਕ ਸੀ ਬਾਬਾ ਮੋਹਨ ਜੀ। ਕਹਿੰਦੇ ਹਿਰਦੇ ਵਿੱਚ ਲੇਸ਼ ਮਾਤਰ ਵੀ ਕਦੇ ਕਿਸੇ ਵਿਕਾਰ ਦਾ ਫੁਰਨਾ ਤੱਕ ਨਹੀਂ ਸੀ ਫੁਰਦਾ। ਇਹੋ ਜੀ ਅਵਸਥਾ ਸੀ ਬਾਬਾ ਮੋਹਨ ਜੀ ਦੀ। ਵੱਡ ਅਵਧੂਤ ਇਕਾਕੀ ਰਹੇ। ਬੜੇ ਅਵਧੂਤ ਸਨ, ਸਿੱਧ ਪੁਰਸ਼ ਸਨ ਬਾਬਾ ਮੋਹਨ ਜੀ, ਤੇ ਬਹੁਤਾ ਇਕਾਂਤ ਵਿੱਚ ਹੀ ਰਹਿੰਦੇ ਸੀ। ਜਿੱਥੇ ਸੰਗਤ ਦਾ ਇਕੱਠ ਹੋਣਾ ਜਾਂ ਬਹੁਤਾ ਪਰਿਵਾਰ ਇਕੱਠਾ ਹੋਣਾ, ਉੱਥੇ ਨਹੀਂ ਸੀ ਬਹਿੰਦੇ। ਜਿੱਥੇ ਇਕਾਂਤ ਵਾਲੀ ਜਗ੍ਹਾ ਹੋਵੇ, ਇਕਾਂਤ ਵਿੱਚ ਬਾਬਾ ਮੋਹਨ ਜੀ ਰਹਿਣਾ ਪਸੰਦ ਕਰਦੇ ਸੀ ਔਰ ਬਹੁਤਾ ਸਮਾਂ ਇਕਾਂਤ ਵਿੱਚ ਹੀ ਬੈਠਦੇ ਸਨ। ਕਹਤੇ ਸੁਨੇ ਨ ਮੁਖ ਤੇ ਕਹੈ। ਨਾ ਕਿਸੇ ਨਾਲ ਕੋਈ ਗੱਲ ਕਰਦੇ ਸੀ ਤੇ ਨਾ ਹੀ ਕਿਸੇ ਦੀ ਕੋਈ ਗੱਲ ਸੁਣਦੇ ਸੀ। ਕਹਿਣ ਤੇ ਸੁਣਨ ਤੋਂ ਰਹਿਤ ਇੱਕ ਰਸ ਅਵਸਥਾ, ਇੱਕ ਰਸ ਬਿਰਤੀ ਹੈ। ਮੌਨ ਤਰੇ ਮਨ ਥਿਰਤਾ ਗਹਿ। ਮੌਨ ਧਾਰਨ ਕੀਤਾ ਹੋਇਆ ਬਾਬਾ ਮੋਹਨ ਜੀ ਕਿਸੇ ਨਾਲ ਕੁਝ ਨਹੀਂ ਬੋਲਦੇ ਔਰ ਮਨ ਵੀ ਉਹਨਾਂ ਦਾ ਥਿਰ ਹੈ। ਆਪ ਵੀ ਇੱਕੋ ਜਗ੍ਹਾ ਤੇ ਕਈ ਕਈ ਦਿਨ ਚੌਂਕੜਾ ਲਾ ਕੇ ਬੈਠੇ ਰਹਿੰਦੇ ਸੀ, ਹਿਲਦੇ ਤੱਕ ਨਹੀਂ ਸੀ। ਲੰਗਰ ਪ੍ਰਸ਼ਾਦੇ ਦੀ ਵੀ ਕੋਈ ਪਰਵਾਹ ਨਹੀਂ ਸੀ ਹੁੰਦੀ, ਨਾ ਭੁੱਖ ਲੱਗਦੀ ਸੀ, ਨਾ ਪਿਆਸ ਲੱਗਦੀ ਸੀ। ਇਹ ਜਿਹੜੀ ਪਰਮ ਆਨੰਦ ਦੀ ਅਵਸਥਾ ਹੈ ਨਾ, ਸਿੱਧ ਪੁਰਸ਼ਾਂ ਦੀ, ਯੋਗੀ ਪੁਰਸ਼ਾਂ ਦੀ, ਉਸ ਅਵਸਥਾ ਵਿੱਚ ਬਾਬਾ ਮੋਹਨ ਜੀ ਹਮੇਸ਼ਾ ਰਹਿੰਦੇ ਹਨ। ਸ਼ੁਭ ਗੁਣ ਗਨ ਕੋ ਮੰਦਰ ਹੈ। ਇਸ ਤਰ੍ਹਾਂ ਕਹਿ ਲਈਏ ਵੀ ਸ਼ੁਭ ਗੁਣਾਂ ਦੇ ਮੰਦਰ ਨੇ ਬਾਬਾ ਮੋਹਨ ਜੀ। ਸਾਰੇ ਗੁਣ ਬਾਬਾ ਮੋਹਨ ਜੀ ਦੇ ਅੰਦਰ ਵਸਦੇ ਨੇ, ਸ਼ੁਭ ਗੁਣਾਂ ਦੇ ਖਜ਼ਾਨੇ ਹਨ। ਨਹਿਨ ਪਰ ਬਿਰਤੀ ਮੈਂ ਚਿਤ ਜਾਈ। ਬਾਬਾ ਜੀ ਦਾ ਚਿੱਤ ਪ੍ਰਵਿਰਤੀ ਵਿੱਚ ਨਹੀਂ ਸੀ, ਹਾਲਾਂਕਿ ਗ੍ਰਸਤੀ ਸੀ, ਪਰ ਬਾਬਾ ਜੀ ਦਾ ਜਿਹੜਾ ਚਿੱਤ ਸੀ ਉਹ ਪ੍ਰਵਿਰਤੀ ਮਾਰਗ ਵਿੱਚ ਨਹੀਂ ਸੀ, ਨਿਰਵਿਰਤੀ ਦਾ ਮਾਰਗ। ਦੋ ਰਸਤੇ ਹੁੰਦੇ ਨੇ, ਇੱਕ ਪ੍ਰਵਿਰਤੀ ਦਾ, ਇੱਕ ਨਿਰਵਿਰਤੀ ਦਾ। ਬਾਬਾ ਮੋਹਨ ਜੀ ਦਾ ਪ੍ਰਵਿਰਤੀ ਮਾਰਗ ਨਹੀਂ ਸੀ, ਉਹ ਨਿਰਵਿਰਤੀ ਅਵਸਥਾ ਆਪਣੇ ਅੰਦਰ ਨਿਵਿਰਤ ਮਾਰਗ ਦੀ ਅਵਸਥਾ ਬਣਾ ਕੇ ਰੱਖਦੇ ਸਨ। ਸਦਾ ਸ਼ਾਂਤ ਰਸ ਸਵਾਦ ਸੁਗਰਾਈ। ਸਦਾ ਸ਼ਾਂਤ ਰਸ ਦੇ ਵਿੱਚ ਟਿਕੇ ਰਹਿੰਦੇ, ਪਰਮ ਆਨੰਦ ਦਾ ਸਵਾਦ ਆਪਣੇ ਅੰਦਰ ਹੀ ਮਾਣਦੇ ਰਹਿੰਦੇ ਸਨ ਬਾਬਾ ਮੋਹਨ ਜੀ। ਅੰਦਰ ਹੀ ਪਰਮ ਆਨੰਦ ਵਿੱਚ ਤਾਰੀਆਂ ਲਾਉਂਦੇ ਰਹਿੰਦੇ, ਸੁਰਤੀ ਅੰਦਰ ਪਰਮ ਆਨੰਦ ਵਿੱਚ ਹੀ ਟਿਕੀ ਰਹਿੰਦੀ ਹੈ। ਦੁਤੀਆ ਮੋਹਰੀ ਮਹਾ ਸੁਜਾਨ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਸਨ, ਉੱਚੀ ਅਵਸਥਾ ਦੇ ਮਾਲਕ ਸੀ, ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਦੂਜੇ ਛੋਟੇ ਸਪੁੱਤਰ ਸਨ ਬਾਬਾ ਮੋਹਰੀ ਜੀ। ਇਹਨਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ, ਮੋਹਰੀ ਪੁੱਤ ਸਨਮੁਖ ਹੋਆ। ਬਾਬਾ ਮੋਹਰੀ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਨੇ। ਇਹ ਵੀ ਬੜੇ ਸਾਧੂ ਹਨ, ਉੱਚੀ ਗੁਰੂ ਕੇ ਪੁੱਤਰ ਨੇ, ਗੁਰੂ ਕੀ ਅੰਸ਼ ਹੈ। ਹੁਣ ਉਹਨਾਂ ਵਿੱਚ ਵੀ ਕਿਹੜਾ ਕੋਈ ਕਲਾ ਘੱਟ ਹੋਣੀ ਹੈ ਜਿਹੜੇ ਗੁਰੂ ਕੀ ਅੰਸ਼ ਨੇ। ਤੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਛੋਟੇ ਸਪੁੱਤਰ ਹਨ ਬਾਬਾ ਮੋਹਰੀ ਜੀ। ਜਗ ਵਿਵਹਾਰ ਵਿਖੇ ਬੁੱਧੀਵਾਨ। ਜਿੱਥੇ ਬਾਬਾ ਮੋਹਨ ਜੀ ਸਾਧੂ ਬਿਰਤੀ ਰੱਖਦੇ, ਬਿਲਕੁਲ ਨਿਰਵਿਰਤੀ ਦਾ ਮਾਰਗ ਸੀ ਉਹਨਾਂ ਦਾ, ਉੱਥੇ ਪ੍ਰਵਿਰਤੀ ਦੇ ਮਾਰਗ ਦੇ ਵਿੱਚ ਬਾਬਾ ਮੋਹਰੀ ਜੀ ਅੱਗੇ ਨੇ। ਜਗਤ ਦੇ ਕਾਰ ਵਿਹਾਰ ਕਰਨੇ, ਗੁਰੂ ਘਰ ਦੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ,
ਰਿਸ਼ਤੇਦਾਰਾਂ ਸਾਕ ਸਰਬੰਧੀਆਂ ਨਾਲ ਮਿਲਣਾ ਗਿਲਣਾ, ਦੁੱਖ ਸੁੱਖ ਵਿੱਚ ਜਾਣਾ ਆਉਣਾ, ਇਹ ਜਿਹੜਾ ਸਾਰਾ ਕੰਮ ਸੀ ਇਹ ਬਾਬਾ ਮੋਹਰੀ ਜੀ ਕਰਦੇ ਸਨ। ਬਾਬਾ ਮੋਹਰੀ ਜੀ ਦੁਨੀਆਦਾਰੀ ਦਾ ਸਾਰਾ ਕਾਰ ਵਿਹਾਰ ਬੜੇ ਧਿਆਨ ਨਾਲ ਸੁਰਤੀ ਨਾਲ ਕਰਨ ਵਾਲੇ ਸਨ। ਇਸਕੇ ਪੁੱਤਰ ਪ੍ਰਥਮ ਨਿਪਜਿਓ। ਇਸ ਕਰਕੇ ਇਹਨਾਂ ਦੇ ਗ੍ਰਹਿ ਵਿਖੇ ਪੁੱਤਰ ਵੀ ਪਹਿਲਾਂ ਹੋਇਆ। ਬਾਬਾ ਮੋਹਨ ਜੀ ਭਾਵੇਂ ਵੱਡੇ ਸੀ ਪਰ ਉਹਨਾਂ ਦੇ ਘਰ ਸੰਤਾਨ ਨਹੀਂ ਸੀ, ਨਿਰਵਿਰਤੀ ਦੇ ਮਾਰਗ ਤੇ ਸੀ, ਉਹਨਾਂ ਨੂੰ ਗ੍ਰਸਤ ਮਾਰਗ ਦਾ ਲੇਸ਼ ਹੀ ਨਹੀਂ ਸੀ। ਬਾਬਾ ਮੋਹਰੀ ਜੀ ਛੋਟੇ ਨੇ ਪਰ ਉਹ ਗ੍ਰਸਤੀ ਸਨ। ਗ੍ਰਸਤੀ ਅਸਲ ਵਿੱਚ ਗ੍ਰਸਤੀ ਮਾਰਗ ਨੂੰ ਉਹਨਾਂ ਨੇ ਧਾਰਨ ਕੀਤਾ ਹੋਇਆ ਸੀ। ਇਸ ਕਰਕੇ ਬਾਬਾ ਮੋਹਰੀ ਜੀ ਦੇ ਘਰ ਜਿਹੜੀ ਸੰਤਾਨ ਹੈ ਉਹ ਪਹਿਲਾਂ ਹੋਈ ਹੈ। ਭਾਵੇਂ ਛੋਟੇ ਸਨ ਬਾਬੇ ਮੋਹਨ ਤੋਂ, ਪਰ ਬੱਚੇ ਇਹਨਾਂ ਦੇ ਘਰ 'ਚ ਪਹਿਲਾਂ ਹੋਏ, ਸੰਤਾਨ ਇਹਨਾਂ ਦੇ ਘਰ 'ਚ ਪਹਿਲਾਂ ਹੋਈ ਹੈ। ਨਾਮ ਅਰਥ ਮਲ ਤੈ ਧਰ ਦਿਓ। ਬਾਬਾ ਮੋਹਰੀ ਜੀ ਦਾ ਜਿਹੜਾ ਪਹਿਲਾ ਵੱਡਾ ਪੁੱਤਰ ਹੋਇਆ ਹੈ ਉਹਦਾ ਨਾਮ ਬਾਬਾ ਮੋਹਰੀ ਜੀ ਨੇ ਬਾਬਾ ਅਰਥਮਲ ਰੱਖਿਆ ਹੈ। ਅਰਥਮਲ ਜੀ ਇਹ ਬਾਬਾ ਮੋਹਰੀ ਜੀ ਦੇ ਸੁਪੁੱਤਰ ਨੇ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਹਨ। ਪਰਮ ਭਗਤ ਗੁਣ ਗਨ ਅਨੁਰਾਗੀ। ਬਾਬਾ ਅਰਥਮਲ ਜੀ ਵੀ ਬੜੇ ਸਾਧੂ ਸੀ, ਉਹਨਾਂ ਦੀ ਵੀ ਬੜੀ ਉੱਚੀ ਅਵਸਥਾ ਸੀ। ਗੁਰੂ ਕੇ ਪੋਤਰੇ ਨੇ, ਗੁਰੂ ਘਰ ਦੇ ਤਾਂ ਕਣ ਕਣ ਵਿੱਚ ਕਲਾ ਛੁਪੀ ਹੋਈ ਹੈ। ਇਹ ਗੁਰੂ ਕੀ ਅੰਸ਼ ਨੇ, ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਇਹ ਵੀ ਚੰਗੇ ਕਲਾਵਾਨ, ਚੰਗੇ ਸਾਧੂ ਬਿਰਤੀ ਦੀ ਅਵਸਥਾ ਦੇ ਮਾਲਕ ਸਨ। ਗੁਰ ਕੁਲ ਮੈਂ ਉਪਜਿਓ ਵੱਡ ਭਾਗੀ। ਕਹਿੰਦੇ ਵੱਡੇ ਭਾਗ ਨੇ ਬਾਬਾ ਅਰਥਮਲ ਜੀ ਦੇ, ਜਿਹਨੇ ਗੁਰੂ ਕੀ ਕੁਲ ਵਿੱਚ ਜਨਮ ਲਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨੇ, ਔਰ ਉਹਨਾਂ ਦੀ ਕੁਲ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਦੇ ਕੋਈ ਛੋਟੇ ਭਾਗ ਥੋੜੀ ਨੇ। ਪਤਾ ਨਹੀਂ ਕਿੰਨੇ ਜਨਮਾਂ ਦੀ ਤਪੱਸਿਆ ਹੋਣੀ ਬਾਬੇ ਅਰਥਮਲ ਦੀ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਪੋਤਰਾ ਬਣ ਕੇ ਉਹਨਾਂ ਨੂੰ ਜਨਮ ਮਿਲਿਆ, ਜਨਮ ਦੀ ਪ੍ਰਾਪਤੀ ਹੋਈ ਹੈ। ਤਿਸ ਪੀਛੇ ਸੋ ਜੋਗੀ ਆਏ। ਕਹਿੰਦੇ ਬਾਬੇ ਅਰਥਮਲ ਦਾ ਜਨਮ ਹੋਇਆ ਤੇ ਬਾਬੇ ਅਰਥਮਲ ਦੇ ਜਨਮ ਤੋਂ ਬਾਅਦ ਜਿਹੜਾ ਉਹ ਯੋਗੀ ਆਇਆ ਸੀ ਗੁਰੂ ਅਮਰਦਾਸ ਜੀ ਦੇ ਕੋਲ, ਜਿਹਨੇ ਕਿਹਾ ਸੀ ਮਹਾਰਾਜ ਮੈਨੂੰ ਆਨੰਦ ਬਖਸ਼ੋ। ਆਨੰਦ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਉਹ ਯੋਗੀ ਦਾ ਜਨਮ, ਜਿਹੜਾ ਦੂਸਰਾ ਜਨਮ ਉਸ ਯੋਗੀ ਦਾ ਹੋਇਆ, ਉਹ ਬਾਬਾ ਮੋਹਰੀ ਜੀ ਦੇ ਘਰ ਹੋਇਆ, ਉਹਨਾਂ ਦੇ ਦੂਸਰੇ ਪੁੱਤਰ ਦੇ ਰੂਪ ਵਿੱਚ। ਉਹਨਾਂ ਦੇ ਦੂਸਰੇ ਪੁੱਤਰ ਦੇ ਰੂਪ ਦੇ ਵਿੱਚ ਉਸ ਦੂਜੇ ਬਾਲਕ ਦਾ ਜਨਮ ਹੋਇਆ, ਉਸ ਯੋਗੀ ਦਾ ਹੀ ਜਨਮ ਹੋਇਆ ਬਾਬੇ ਮੋਹਰੀ ਦਾ ਪੁੱਤਰ ਬਣ ਕੇ। ਜਨਮਿਓ ਮਹਿਦ ਮੋਦੇ ਉਪਜਾਏ। ਕਹਿੰਦੇ ਜਦੋਂ ਬਾਬੇ ਮੋਹਰੀ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ, ਬੜੀਆਂ ਖੁਸ਼ੀਆਂ ਮਨਾਈਆਂ, ਬੜੇ ਖੇੜੇ, ਬੜੇ ਆਨੰਦ ਵਰਤੇ, ਖੁਸ਼ੀਆਂ ਮਨਾਈਆਂ, ਵਧਾਈਆਂ ਦਿੱਤੀਆਂ ਲੋਕਾਂ ਨੇ ਆ ਕੇ ਸਤਿਗੁਰੂ ਜੀ ਨੂੰ। ਜਿਨ ਤਪ ਜੋਗ ਕਰਿਓ ਬੋ ਕਾਲਾ। ਇਹ ਜਿਹੜਾ ਯੋਗੀ ਸੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨਾਲ ਹੀ ਸਤਿਗੁਰਾਂ ਦੇ ਘਰ ਪੋਤਰਾ ਬਣ ਕੇ ਆਇਆ, ਤੇ ਕਹਿੰਦੇ ਇਸ ਯੋਗੀ ਦੇ ਤਪੱਸਿਆ ਬੜੀ ਸੀ। ਇਹਨੇ ਪੂਰਬਲੇ ਜਨਮਾਂ 'ਚ ਬੜੀ ਘਾਲਣਾ ਘਾਲੀ ਸੀ, ਪੂਰਬਲੇ ਜਨਮ 'ਚ ਬੜੀ ਤਪੱਸਿਆ ਕੀਤੀ ਸੀ। ਉਸ ਤਪੱਸਿਆ ਦੇ ਫਲ ਕਰਕੇ ਬਾਬਾ ਮੋਹਰੀ ਜੀ ਦੇ ਘਰ ਇਹਦਾ ਜਨਮ ਹੋਇਆ, ਗੁਰੂ ਅਮਰਦਾਸ ਸਾਹਿਬ ਜੀ ਦਾ ਪੋਤਰਾ ਬਣ ਕੇ ਜਨਮ ਲੈ ਕੇ ਆਇਆ। ਜਨਮਿਓ ਸ਼ਰਧਾ ਧਰੇ ਵਿਸਾਲਾ। ਇਹਦੇ ਹਿਰਦੇ ਵਿੱਚ ਜਨਮਦਿਆਂ ਹੀ ਸ਼ਰਧਾ ਦੀ ਭਾਵਨਾ ਬਣੀ ਹੋਈ। ਇਹਨੂੰ ਪੂਰਬਲੇ ਜਨਮ ਦਾ ਵੀ ਗਿਆਨ ਸੀ, ਕਿਉਂਕਿ ਯੋਗੀ ਸੀ ਨਾ, ਤੇ ਇਹਨੂੰ ਪਤਾ ਸੀ ਕਿ ਮੈਂ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਜਨਮ ਲੈ ਕੇ ਆਇਆ। ਇਸ ਕਰਕੇ ਜਨਮ ਤੋਂ ਹੀ ਬ੍ਰਹਮ ਪਛਾਣਿਆ ਹੋਇਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਅਵਸਥਾ ਇਹ ਬਾਲਕ ਦੀ ਪਹਿਲਾਂ ਜਨਮ ਤੋਂ ਹੀ ਬਣੀ ਹੋਈ। ਜਨਮ ਤੋਂ ਹੀ ਆਪਣੇ ਸਰੂਪ ਨੂੰ ਚੰਗੀ ਤਰ੍ਹਾਂ, ਪਿਛਲੀ ਜਨਮ ਦੀ ਵਿਗਿਆਨ ਨੂੰ ਇਹ ਚੰਗੀ ਤਰ੍ਹਾਂ ਜਾਣਦੇ ਸਨ। ਪਾਏ ਗਿਆਨ ਕੋ ਲਿਓ ਆਨੰਦ। ਗੁਰੂ ਘਰ ਵਿੱਚ ਜਨਮ ਲੈ ਕੇ ਇਹਨਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ, ਔਰ ਗਿਆਨ ਨੂੰ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਕੀਤਾ। ਆਨੰਦ ਦੀ ਪ੍ਰਾਪਤੀ ਇਸ ਬਾਲਕ ਨੂੰ ਹੋਈ, ਕਿਉਂਕਿ ਆਏ ਆਨੰਦ ਦੀ ਇੱਛਾ ਲੈ ਕੇ ਸੀ। ਯੋਗੀ ਨੇ ਕਿਹਾ ਸੀ ਵੀ ਮੈਨੂੰ ਆਨੰਦ ਚਾਹੀਦਾ। ਮਹਾਰਾਜ ਕਹਿੰਦੇ ਫਿਰ ਸਾਡੇ ਘਰ ਜਨਮ ਲੈ ਕੇ ਆ। ਪੋਤਰਾ ਬਣ ਕੇ ਆਇਆ, ਗੁਰੂ ਘਰ ਦੇ ਵਿੱਚੋਂ ਗਿਆਨ ਪ੍ਰਾਪਤ ਕੀਤਾ, ਤੇ ਗਿਆਨ ਨਾਲ ਇਹਦੇ ਹਿਰਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ। ਇਹੀ ਬਾਸ਼ਨਾ ਭਲੀ ਮੁਕੰਦ। ਇਹੀ ਵਾਸ਼ਨਾ ਮੁਕਤੀ ਦਾਤੇ ਗੁਰੂ ਅਮਰਦਾਸ ਸਾਹਿਬ ਦੇ ਕੋਲ ਇਹਨੇ ਪ੍ਰਗਟ ਕੀਤੀ ਸੀ ਕਿ ਮੈਨੂੰ ਆਨੰਦ ਚਾਹੀਦਾ ਹੈ, ਮੈਂ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹਾਂ।
ਉਹ ਵਾਸ਼ਨਾ ਇਹਦੀ ਪੂਰਨ ਹੋਈ ਹੈ। ਗੁਰ ਅੰਤਰ ਜਾਮੀ ਸਭ ਜਾਨਾ। ਸਤਿਗੁਰੂ ਜੀ ਤਾਂ ਹੁਣ ਅੰਤਰਜਾਮੀ ਨੇ, ਜਾਣੀ ਜਾਣ ਸਭ ਕੁਝ ਜਾਣਦੇ ਨੇ। ਮਹਾਰਾਜ ਜੀ ਨੂੰ ਪਤਾ ਸੀ ਵੀ ਉਹੀ ਯੋਗੀ ਹੈ ਜਿਹੜਾ ਹੁਣ ਸਾਡੇ ਘਰ ਪੋਤਰਾ ਬਣ ਕੇ ਆਇਆ। ਉਹੀ ਯੋਗੀ ਹੈ ਜਿਹਨੇ ਸਾਡਾ ਬਚਨ ਮੰਨ ਕੇ ਸਰੀਰ ਤਿਆਗਿਆ ਹੈ, ਔਰ ਸਾਡੇ ਘਰ ਦੇ ਵਿੱਚ ਹੁਣ ਇਹ ਪੋਤਰਾ ਬਣ ਕੇ ਜਨਮ ਲੈ ਕੇ ਆਇਆ ਹੈ। ਪੋਤਰ ਜਨਮ ਕੋ ਸੁਨ ਕਰ ਕਾਨਾ। ਸੇਵਕਾਂ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਿਆ ਕਿ ਗਰੀਬ ਨਵਾਜ ਆਪ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ। ਬਾਬਾ ਮੋਹਰੀ ਜੀ ਦੇ ਘਰ ਦੂਸਰੇ ਸਪੁੱਤਰ ਦਾ, ਦੂਸਰੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ। ਬੱਲੂ ਸੋ ਫੁਰਮਾਵਨ ਕੀਓ। ਜਦੋਂ ਸਤਿਗੁਰਾਂ ਨੇ ਸੁਣਿਆ ਵੀ ਸਾਡੇ ਘਰ ਪੋਤਰੇ ਦਾ ਜਨਮ ਹੋਇਆ ਤੇ ਸਤਿਗੁਰਾਂ ਦਾ ਸੇਵਕ ਸੀ ਭਾਈ ਬੱਲੂ, ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦਾ ਸੀ। ਭਾਈ ਬੱਲੂ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ। ਭਾਈ ਬੱਲੂ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਮੋਰੀ ਕੇ ਜੋ ਪਇਓ। ਕਹਿਣ ਲੱਗੇ ਭਾਈ ਬੱਲੂ ਜੀ ਏਦਾਂ ਕਰੋ ਵੀ ਮੋਹਰੀ ਜੀ ਦੇ ਘਰ ਦੇ ਵਿੱਚ ਜਿਸ ਪੁੱਤਰ ਨੇ ਅੱਜ ਜਨਮ ਲਿਆ ਹੈ, ਮੋਹਰੀ ਜੀ ਦੇ ਘਰ ਅੱਜ ਜਿਸ ਬਾਲਕ ਨੇ ਜਨਮ ਲਿਆ ਜੋ ਸਾਡਾ ਪੋਤਰਾ ਹੈ, ਤਿਸ ਕੋ ਆਨੋ ਨਿਕਟ ਹਮਾਰੇ। ਏਦਾਂ ਕਰੋ ਵੀ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ। ਇੱਕ ਦਿਨ ਦਾ ਬਾਲਕ ਹਾਲੇ ਜਨਮ ਹੋਇਆ ਹੀ ਸੀ ਬਾਬੇ ਮੋਹਰੀ ਦੇ ਘਰ ਬੱਚੇ ਦਾ। ਤੇ ਗੁਰੂ ਸਾਹਿਬ ਜੀ ਭਾਈ ਬੱਲੂ ਨੂੰ ਕਹਿੰਦੇ, ਭਾਈ ਬੱਲੂ ਜੀ ਜਾਓ ਮਹਿਲਾਂ ਵਿੱਚ ਜਾ ਕੇ ਉਸ ਬੱਚੇ ਨੂੰ, ਉਸ ਬਾਲਕ ਨੂੰ ਚੁੱਕ ਕੇ ਸਾਡੇ ਕੋਲ ਲੈ ਕੇ ਆਓ। ਜਨਮਿਓ ਜੋ ਆਨੰਦ ਇਛ ਧਾਰੇ। ਕਿਉਂਕਿ ਇਹ ਬਾਲਕ ਸਧਾਰਨ ਬਾਲਕ ਨਹੀਂ, ਉਹੀ ਯੋਗੀ ਹੈ ਤੇ ਆਨੰਦ ਦੀ ਇੱਛਾ ਆਪਣੇ ਹਿਰਦੇ 'ਚ ਧਾਰਨ ਕਰਕੇ, ਆਨੰਦ ਪ੍ਰਾਪਤ ਕਰਨ ਦੀ ਤਾਂਘ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇਹ ਸਾਡੇ ਘਰ ਜਨਮ ਲੈ ਕੇ ਆਇਆ ਹੈ। ਸੁਨਤ ਦਾਸ ਗਮਨਿਓ ਤਿਸ ਥਾਨਾ। ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਬੱਲੂ ਜੀ ਉੱਥੇ ਗਏ ਜਿੱਥੇ ਉਸ ਬਾਲਕ ਦਾ ਜਨਮ ਹੋਇਆ ਸੀ, ਜਿੱਥੇ ਉਸ ਬੱਚੇ ਦਾ ਜਨਮ ਹੋਇਆ ਸੀ। ਹੈ ਤਾਂ ਯੋਗੀ ਸੀ ਨਾ ਪੂਰਬਲੇ ਜਨਮ ਦਾ। ਆਨੰਦ ਦੀ ਇੱਛਾ ਲੈ ਕੇ ਜਿੱਥੇ ਉਹ ਪ੍ਰਗਟ ਹੋਇਆ ਉੱਥੇ ਭਾਈ ਬੱਲੂ ਜੀ ਚੱਲ ਕੇ ਆਏ ਹਨ। ਗੁਰਪੁਰ ਮਾਵਨ ਤਿਨੋ ਬਖਾਨਾ। ਸਤਿਗੁਰੂ ਜੀ ਦਾ ਹੁਕਮ ਜਾ ਕੇ ਸੁਣਾਇਆ ਪਰਿਵਾਰ ਨੂੰ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਹੁਕਮ ਕਰਕੇ ਭੇਜਿਆ, ਮੈਂ ਇਹ ਬੱਚਾ ਲੈਣ ਵਾਸਤੇ ਆਇਆ, ਕਿਉਂਕਿ ਸਤਿਗੁਰੂ ਜੀ ਨੇ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਮੈਂ ਇਸ ਬਾਲਕ ਨੂੰ, ਇਸ ਬੱਚੇ ਨੂੰ ਲੈਣ ਵਾਸਤੇ ਆਇਆ ਹਾਂ। ਆਇਸ ਮੇਟ ਸਕੇ ਨ ਕੋਈ। ਹਾਲਾਂਕਿ ਇੱਕ ਦਿਨ ਦਾ ਬੱਚਾ ਸੀ, ਉਹਨੂੰ ਆਪਣੇ ਮਹਿਲਾਂ ਚੋਂ ਬਾਹਰ ਕੱਢਣਾ ਇਹ ਕਿਸੇ ਮਾਂ ਵਾਸਤੇ ਸੌਖਾ ਨਹੀਂ ਸੀ, ਪਰ ਗੁਰੂ ਸਾਹਿਬ ਦਾ ਹੁਕਮ ਕੋਈ ਮੋੜ ਨਹੀਂ ਸੀ ਸਕਦਾ। ਗੁਰੂ ਪਾਤਸ਼ਾਹ ਦਾ ਹੁਕਮ ਹੈ, ਇਸ ਕਰਕੇ ਕਿਸੇ ਨੇ ਵੀ ਸਤਿਗੁਰਾਂ ਦਾ ਜੋ ਹੁਕਮ ਹੈ ਉਹ ਨਹੀਂ ਮੋੜਿਆ, ਮਹਾਰਾਜ ਜੀ ਦਾ ਬਚਨ ਨਹੀਂ ਮੋੜਿਆ। ਤੁਰਤ ਪ੍ਰਸੂਤ ਮ੍ਰਿਦੁਲ ਸਿਸ ਹੋਈ। ਕਹਿੰਦੇ ਜਦੋਂ ਬਾਲਕ ਦਾ ਜਨਮ ਹੁੰਦਾ ਉਹਦਾ ਸਰੀਰ ਬੜਾ ਕੋਮਲ ਹੁੰਦਾ ਹੈ, ਉਹਦੇ ਸਰੀਰ ਦੇ ਅੰਗ ਬੜੇ ਕੋਮਲ ਹੁੰਦੇ, ਉਹਨੂੰ ਬੜਾ ਬਚਾ ਕੇ ਰੱਖਿਆ ਜਾਂਦਾ ਹੈ। ਤੇ ਇੱਕਦਮ ਭਾਈ ਬੱਲੂ ਜੀ ਉੱਥੇ ਪਹੁੰਚ ਗਏ ਲੈਣ ਵਾਸਤੇ। ਇਸ ਕਰਕੇ ਪਰਿਵਾਰ ਦੇ ਜਿਹੜੇ ਜੀ ਸਨ, ਮਾਤਾ ਜੀ ਹੋਣੇ ਸਨ, ਉਹਨਾਂ ਨੇ ਵਿਚਾਰ ਵੀ ਕੀਤੀ ਵੀ ਬੱਚੇ ਦਾ ਹੁਣੇ ਤਾਂ ਹਾਲੇ ਜਨਮ ਹੋਇਆ ਹੈ ਤੇ ਹੁਣੇ ਗੁਰੂ ਸਾਹਿਬ ਨੇ ਆਪਣੇ ਕੋਲ ਬੁਲਾ ਲਿਆ ਬੱਚੇ ਨੂੰ, ਵੀ ਬੱਚੇ ਦੇ ਸਰੀਰ ਦੇ ਜਿਹੜੇ ਅੰਗ ਨੇ ਹਾਲੇ ਬਿਲਕੁਲ ਕੋਮਲ ਨੇ, ਉਹਦੀ ਜਿਹੜੀ ਤਵਚਾ ਹੈ ਉਹ ਬੜੀ ਕੋਮਲ ਹੈ। ਤੂਲ ਸੋ ਵਸਤਰ ਆਛਾਦਨ ਕਰਿਓ। ਪਰ ਗੁਰੂ ਸਾਹਿਬ ਦਾ ਹੁਕਮ ਸੀ, ਕੋਈ ਮੋੜ ਨਹੀਂ ਸੀ ਸਕਦਾ। ਇਸ ਕਰਕੇ ਰੂੰ ਦੇ ਇੱਕ ਵਸਤਰ ਦੇ ਵਿੱਚ, ਜਿਹੜਾ ਕੋਮਲ ਜਿਹਾ ਵਸਤਰ ਹੋਵੇ, ਉਹਦੇ ਵਿੱਚ ਉਸ ਬੱਚੇ ਨੂੰ ਲਪੇਟ ਕੇ ਮਾਤਾ ਨੇ ਭਾਈ ਬੱਲੂ ਜੀ ਨੂੰ ਬਾਲਕ ਪਕੜਾਇਆ ਹੈ। ਲੈ ਬੱਲੂ ਨਿਜ ਹੱਥਨ ਧਰਿਓ। ਭਾਈ ਬੱਲੂ ਜੀ ਨੇ ਉਹ ਬੱਚਾ ਆਪਣੇ ਹੱਥਾਂ ਵਿੱਚ ਲਿਆ, ਆਪਣੇ ਹੱਥਾਂ ਵਿੱਚ ਉਸ ਬਾਲਕ ਨੂੰ ਧਾਰਨ ਕੀਤਾ ਹੈ। ਸਨੇ ਸਨੇ ਸਤਿਗੁਰ ਟਿਗੇ ਆਨਿਓ। ਸਨੇ ਸਨੇ ਸਹਿਜੇ ਸਹਿਜੇ ਭਾਈ ਬੱਲੂ ਜੀ ਉਸ ਬਾਲਕ ਨੂੰ ਲੈ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ, ਜਿੱਥੇ ਬੈਠਿਆਂ ਸਤਿਗੁਰਾਂ ਹੁਕਮ ਕੀਤਾ ਸੀ ਵੀ ਬੱਚਾ ਸਾਡੇ ਕੋਲ ਲੈ ਕੇ ਆਓ,
ਉਥੇ ਭਾਈ ਬੱਲੂ ਜੀ ਉਸ ਨਵ ਜਨਮੇ ਸ਼ਿਸ਼ੂ ਨੂੰ, ਨਵ ਜਨਮੇ ਉਸ ਬਾਲਕ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਆਏ ਹਨ। ਏ ਵੱਡ ਭਾਗ ਸਭਨ ਮਨ ਜਾਣਿਓ। ਸਾਰਿਆਂ ਨੇ ਮਨ 'ਚ ਇਹ ਗੱਲ ਦਾ ਨਿਰਣਾ ਕੀਤਾ ਵੀ ਪੋਤਰਾ ਤਾਂ ਸਤਿਗੁਰਾਂ ਦੇ ਘਰ ਪਹਿਲਾਂ ਵੀ ਜਨਮਿਆ, ਉਹਦਾ ਨਾਂ ਬਾਬਾ ਅਰਥਮਲ ਹੈ। ਉਹਦੇ ਨਾਲ ਗੁਰੂ ਸਾਹਿਬ ਨੇ ਇੰਨਾ ਹਿੱਤ ਨਹੀਂ ਕੀਤਾ ਜਿੰਨਾ ਇਸ ਬਾਲਕ ਨਾਲ ਕਰ ਰਹੇ ਨੇ। ਇਸ ਕਰਕੇ ਬਹੁਤਿਆਂ ਨੇ ਆਪਣੇ ਮਨ 'ਚ ਅਨੁਮਾਨ ਲਾਇਆ ਵੀ ਇਹ ਜਿਹੜਾ ਬਾਲਕ ਜਨਮ ਲੈ ਕੇ ਆਇਆ, ਗੁਰੂ ਘਰ ਵਿੱਚ ਪੋਤਰਾ ਬਣ ਕੇ ਆਇਆ ਸਤਿਗੁਰਾਂ ਦਾ, ਇਹਦੇ ਕੋਈ ਵੱਡੇ ਭਾਗ ਨੇ, ਇਹਦੇ ਕੋਈ ਚੰਗੇ ਕਰਮ ਨੇ ਕਿ ਜਿਹਨੂੰ ਜਨਮਦੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦਿਆ ਔਰ ਆਪਣੀ ਗੋਦ ਵਿੱਚ ਲੈ ਰਹੇ ਨੇ। ਪ੍ਰਭ ਨੇ ਪੋਤਰ ਲਿਓ ਨਿਜ ਗੋਦ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਬਾਲਕ ਨੂੰ ਆਪਣੀ ਗੋਦ ਵਿੱਚ ਲਿਆ। ਹਾਲੇ ਤਾਜੇ ਜਨਮੇ ਬਾਲਕ ਨੂੰ, ਨਵ ਜਨਮੇ ਸ਼ਿਸ਼ੂ ਨੂੰ ਸਤਿਗੁਰੂ ਜੀ ਨੇ ਬੁਲਾਇਆ। ਭਾਈ ਬੱਲੂ ਦੇ ਹੱਥਾਂ ਵਿੱਚੋਂ ਉਹ ਬੱਚਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੈ। ਸਭ ਪਰਿਵਾਰ ਮੈਂ ਭਇਓ ਪ੍ਰਮੋਦ। ਸਾਰੇ ਪਰਿਵਾਰ 'ਚ ਬੜੀ ਖੁਸ਼ੀ ਹੈ, ਬੜਾ ਖੇੜਾ ਹੈ। ਇਸ ਗੱਲ ਦੀ ਵੀ ਬੜੀ ਖੁਸ਼ੀ ਵੀ ਗੁਰੂ ਸਾਹਿਬ ਜੀ ਨੇ ਪੋਤਰੇ ਨੂੰ ਆਪਣੀ ਗੋਦ ਵਿੱਚ ਲਿਆ, ਕਿ ਸਤਿਗੁਰੂ ਜੀ ਇਸ ਬਾਲਕ ਨਾਲ ਬੜਾ ਹਿੱਤ ਕਰ ਰਹੇ ਨੇ, ਇਸ ਬਾਲਕ ਨੂੰ ਆਪਣੀ ਗੋਦ ਵਿੱਚ ਲਿਆ। ਇਸ ਗੱਲ ਦੀ ਵੀ ਬੜੀ ਖੁਸ਼ੀ ਹੈ। ਬੱਲੂ ਸੋ ਬੋਲੇ ਭਗਵੰਤ, ਏ ਅਵਤਰਿਓ ਬੜੋ ਸ਼ੁਭ ਸੰਤ। ਮਹਾਰਾਜ ਜੀ ਨੇ ਬਾਲਕ ਗੋਦ ਵਿੱਚ ਲਿਆ ਹੋਇਆ, ਉਹ ਬੱਚਾ ਹੱਥਾਂ ਵਿੱਚ ਪਕੜਿਆ ਹੋਇਆ, ਤੇ ਭਾਈ ਬੱਲੂ ਨੂੰ ਸਤਿਗੁਰੂ ਜੀ ਕਹਿੰਦੇ, ਭਾਈ ਬੱਲੂ ਤੁਸੀਂ ਜਾਣਦੇ ਹੋ ਵੀ ਇਹ ਬੱਚਾ ਕੌਣ ਹੈ? ਭਾਈ ਬੱਲੂ ਜੀ ਕਹਿੰਦੇ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਆਪ ਜੀ ਨੂੰ ਪਤਾ ਹੋਵੇ। ਮਹਾਰਾਜ ਜੀ ਕਹਿੰਦੇ, ਬਾਲਕ ਬੜਾ ਉੱਚਾ ਸੰਤ ਹੈ, ਇਹ ਯੋਗੀ ਸੀ ਪੂਰਬਲੇ ਜਨਮ ਦਾ। ਇਹਦੇ ਵੇਖੋ ਕੰਨਾਂ ਵਿੱਚ ਨਿਸ਼ਾਨੀਆਂ ਵੀ ਨੇ, ਮੁੰਦਰਾ ਪਾਣ ਦੀਆਂ ਉਹ ਨਿਸ਼ਾਨੀਆਂ। ਜਨਮ ਦੇ ਕੰਨਾਂ, ਜਨਮ ਤੋਂ ਹੀ ਕੰਨਾਂ ਦੇ ਵਿੱਚ ਛੇਕ ਸੀ। ਮਹਾਰਾਜ ਜੀ ਕਹਿੰਦੇ ਉਹੀ ਯੋਗੀ ਹੈ, ਇਹ ਕੋਈ ਪੂਰਨ ਸੰਤ ਹੈ ਜਿਹੜਾ ਸਾਡੇ ਘਰ ਦੇ ਵਿੱਚ ਪੋਤਰਾ ਬਣ ਕੇ ਜਨਮ ਲੈ ਕੇ ਆਇਆ ਹੈ। ਰਿਦੇ ਆਨੰਦ ਕੀ ਇੱਛਾ ਜਾਉ, ਲੀਨ ਜਨਮ ਹਮਰੇ ਕੁਲ ਮਾਉ। ਇਹ ਬੜਾ ਸ਼ੁਭ ਸੰਤ ਹੈ, ਇਹਦੇ ਹਿਰਦੇ ਵਿੱਚ ਆਨੰਦ ਦੀ ਇੱਛਾ ਸੀ, ਤੇ ਆਪਣੇ ਹਿਰਦੇ ਵਿੱਚ ਆਨੰਦ ਦੀ ਇੱਛਾ ਲੈ ਕੇ ਇਹ ਸਾਡੇ ਘਰ ਵਿੱਚ ਜਨਮ ਲੈ ਕੇ ਆਇਆ ਹੈ, ਸਾਡੀ ਕੁਲ ਦੇ ਵਿੱਚ ਜਨਮ ਲੈ ਕੇ ਆਇਆ ਹੈ। ਇਸ ਕੋ ਨਾਮ ਆਨੰਦ ਤਰੀਜੈ, ਮਹਾਪੁਰਖ ਹੋਏ ਗੁਣ ਸਭ ਲੀਜੈ। ਮਹਾਰਾਜ ਜੀ ਕਹਿੰਦੇ ਇਹ ਬੱਚਾ ਆਨੰਦ ਦੀ ਇੱਛਾ ਲੈ ਕੇ ਆਇਆ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਤਾਂ ਸਾਡੀ ਕੁਲ 'ਚ ਜਨਮ ਲੈ ਕੇ ਆਇਆ। ਇਸ ਕਰਕੇ ਅਸੀਂ ਇਹਦਾ ਨਾਂ ਰੱਖਦੇ ਹਾਂ ਆਨੰਦ, ਬਾਬਾ ਆਨੰਦ ਜੀ। ਮਹਾਰਾਜ ਜੀ ਨੇ ਆਪ ਨਾਮ ਰੱਖਿਆ ਕਿ ਆਨੰਦ ਦੀ ਇੱਛਾ ਲੈ ਕੇ ਆਇਆ, ਇਸ ਬੱਚੇ ਦਾ ਨਾਮ ਵੀ ਆਨੰਦ ਹੀ ਅਸੀਂ ਰੱਖਾਂਗੇ। ਇਹਦਾ ਨਾਮ ਬਾਬਾ ਆਨੰਦ ਕਹਿ ਕੇ ਪ੍ਰਗਟ ਹੋਵੇਗਾ, ਔਰ ਇਹ ਸ਼ੁਭ ਗੁਣਾਂ ਦਾ ਧਾਰਨੀ ਹੋਵੇਗਾ, ਮਹਾਂਪੁਰਖ ਹੋਵੇਗਾ, ਬੜਾ ਤਪਸਵੀ ਹੋਵੇਗਾ, ਇਹਦੇ ਵਿੱਚ ਸਾਰੇ ਸ਼ੁਭ ਗੁਣਾਂ ਦਾ ਨਿਵਾਸ ਹੋਵੇਗਾ। ਆਨੰਦ ਦੀ ਇੱਛਾ ਲੈ ਕੇ ਆਇਆ, ਇਸ ਕਰਕੇ ਅਸੀਂ ਇਹਦਾ ਨਾਮ ਆਨੰਦ ਰੱਖਦੇ ਹਾਂ। ਹਮ ਪੀ ਇਸ ਕੋ ਦੇ ਉਪਾਇਨ, ਬਾਨੀ ਸੁੰਦਰ ਕਰੇ ਗੁਨਾਇਨ। ਮਹਾਰਾਜ ਜੀ ਕਹਿੰਦੇ ਵੀ ਇਹ ਬੱਚਾ ਜਨਮ ਲੈ ਕੇ ਆਇਆ, ਵੀ ਜਦੋਂ ਪਹਿਲੀ ਵਾਰ ਬੱਚੇ ਨੂੰ ਵੇਖੀਏ ਨਵੇਂ ਜਨਮੇ ਨੂੰ, ਤੇ ਉਹਨੂੰ ਕੋਈ ਨਾ ਕੋਈ ਭੇਟਾ ਦੇਣੀ ਪੈਂਦੀ ਹੈ, ਪੈਸੇ ਦੇਣੇ ਪੈਂਦੇ ਨੇ, ਕਿਸੇ ਪ੍ਰਕਾਰ ਦਾ ਕੋਈ ਖਿਡੌਣਾ ਦੇਣਾ ਪੈਂਦਾ। ਮਹਾਰਾਜ ਜੀ ਕਹਿੰਦੇ ਵੀ ਇਹ ਜਿਹੜਾ ਬੱਚਾ ਸਾਡੇ ਘਰ ਆਨੰਦ ਦੀ ਇੱਛਾ ਲੈ ਕੇ ਆਇਆ, ਤੇ ਇਹਦਾ ਨਾਂ ਵੀ ਆਨੰਦ, ਤੇ ਅਸੀਂ ਇਹਨੂੰ ਭੇਟਾ ਦੇਾਂਗੇ। ਭੇਟਾ ਵੀ ਐਸੀ ਦੇਾਂਗੇ ਵੀ ਜਿਹਦੇ ਨਾਲ ਇਹਦਾ ਨਾਂ ਪ੍ਰਗਟ ਹੋਵੇਗਾ ਦੁਨੀਆ ਵਿੱਚ, ਤੇ ਬੜੀ ਸ਼ੁਭ ਭੇਟਾ, ਬਾਣੀ ਸੁੰਦਰ ਉਚਾਰਨ ਕਰਕੇ ਉਹ ਬਾਣੀ ਦੀ ਭੇਟਾ, ਉਹ ਬਾਣੀ ਦੀ ਗੁੜਤੀ ਅਸੀਂ ਇਸ ਬੱਚੇ ਨੂੰ ਦੇਵਾਂਗੇ। ਨਾਮ ਆਨੰਦ ਤਾਏ ਕੋ
ਰਾਖੇ ਮਨ ਕਾਮਨ ਦਾਨੀ ਜੋ ਭਾਖੇ। ਸਾਹਿਬ ਕਹਿਣ ਲੱਗੇ ਵੀ ਅਸੀਂ ਉਸ ਬਾਣੀ ਦਾ ਨਾਮ ਵੀ ਆਨੰਦ ਬਾਣੀ ਰੱਖਾਂਗੇ। ਜਿਹੜੀ ਬਾਣੀ ਅਸੀਂ ਇਸ ਬੱਚੇ ਦੀ ਭੇਟਾ ਵਾਸਤੇ ਉਚਾਰਨੀ ਹੈ ਨਾ, ਉਹ ਬਾਣੀ ਵੀ ਅਸੀਂ ਉਸ ਬਾਣੀ ਦਾ ਨਾਮ ਵੀ ਆਨੰਦ ਬਾਣੀ ਰੱਖਣਾ। ਔਰ ਉਹ ਆਨੰਦ ਸਾਹਿਬ ਦੀ ਬਾਣੀ ਐਸੀ ਸੁੰਦਰ ਬਾਣੀ ਹੋਵੇਗੀ ਕਿ ਜਿਸ ਨੂੰ ਕੋਈ ਪੜ੍ਹੇਗਾ ਸੁਣੇਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਐਸੀ ਉਹ ਪਵਿੱਤਰ ਆਨੰਦ ਬਾਣੀ। ਹਰ ਵੇਲੇ ਕੋਈ ਵੀ ਕਾਰਜ ਹੁੰਦਾ ਹੈ, ਕਿਸੇ ਵੀ ਕਾਰਜ ਦੀ ਅਸੀਂ ਆਰੰਭਤਾ ਕਰਦੇ ਹਾਂ, ਸਮਾਪਤੀ ਕਰਦੇ ਹਾਂ, ਮੇਰੇ ਪਾਤਸ਼ਾਹ ਦੀ ਉਸ ਆਨੰਦ ਬਾਣੀ ਦੀਆਂ 6 ਪੌੜੀਆਂ ਅਸੀਂ ਪੜ੍ਹਦੇ ਹੀ ਪੜ੍ਹਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੀ ਉਹ ਪਰਮ ਆਨੰਦ ਵਾਲੀ ਬਾਣੀ ਉਹ ਅਸੀਂ ਉਚਾਰਨ ਕਰਾਂਗੇ। ਇਮ ਸਤਿਗੁਰ ਕੈ ਬੱਲੂ ਸੰਗ। ਇਦਾਂ ਸਤਿਗੁਰਾਂ ਨੇ ਭਾਈ ਬੱਲੂ ਜੀ ਦੇ ਨਾਲ ਇਹ ਬਚਨ ਬਿਲਾਸ ਕੀਤੇ ਹਨ। ਲਗੇ ਬਨਾਵਨ ਗਿਰਾ ਉਮੰਗ। ਤੇ ਸਤਿਗੁਰੂ ਜੀ ਬਾਣੀ ਉਚਾਰਨ ਲੱਗੇ ਉਸ ਬੱਚੇ ਦੀ ਭੇਟਾ ਵਾਸਤੇ। ਕਹਿੰਦੇ ਬਾਲਕ ਦੀ ਭੇਟਾ ਹੋਵੇਗੀ ਇਹ ਬਾਣੀ, ਤੇ ਇਹ ਬਾਲਕ ਜਿਹੜਾ ਹੈ ਬਾਣੀ ਇਕੱਠੀ ਕਰੇਗਾ, ਸਾਡੀ ਬਾਣੀ ਵੀ ਇਕੱਠੀ ਕਰੇਗਾ, ਤੇ ਅਸੀਂ ਇਹਦੇ ਨਿਮਿਤ ਇਹਦੇ ਨਾਂ ਤੇ ਹੀ ਉਹ ਬਾਣੀ ਰੱਖਾਂਗੇ। ਉਹਦਾ ਨਾਮ ਬਾਣੀ ਦਾ ਇਹਦੇ ਨਾਂ ਤੇ ਹੀ ਰੱਖਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਬਚਨ ਕਹਿ ਕੇ ਭਾਈ ਬੱਲੂ ਨੂੰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਜਾਪ ਪਾਠ ਜਿਹੜਾ ਉਹ ਉਚਾਰਨ ਕਰਨ ਲੱਗੇ। ਪੋਤਰ ਗੋਦ ਚਿਤ ਮੋਦ ਤਰੰਤੇ ਬਾਣੀ ਕੋ ਰਸਨਾ ਉਚਰੰਤੇ। ਪੋਤਰਾ ਗੋਦ ਵਿੱਚ ਹੈ ਤੇ ਪੋਤਰੇ ਵੱਲ ਵੇਖੀ ਜਾਂਦੇ ਨੇ ਤੇ ਮੁਖ ਤੋਂ ਬਚਨ ਉਚਾਰਦੇ ਨੇ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਇਹ ਬਾਣੀ ਪੜ੍ਹੀ ਜਾਂਦੇ। ਭਾਈ ਬੱਲੂ ਨੂੰ ਕਹਿੰਦੇ ਤੁਸੀਂ ਲਿਖੀ ਚੱਲੋ ਨਾਲ ਨਾਲ। ਤੇ ਸਤਿਗੁਰੂ ਜੀ ਪੋਤਰਾ ਗੋਦ ਵਿੱਚ ਹੈ, ਉਹਦਾ ਨਾਂ ਵੀ ਆਨੰਦ ਰੱਖਿਆ ਪੋਤਰੇ ਦਾ, ਤੇ ਆਨੰਦ ਨਾਂ ਰੱਖ ਕੇ ਤੇ ਬਾਣੀ ਵੀ ਆਨੰਦ ਸਾਹਿਬ ਦੀ ਉਚਾਰੀ ਜਾਂਦੇ। ਆਪਣੀ ਰਸਨਾ ਤੋਂ ਪਵਿੱਤਰ ਪਾਵਨ ਬਾਣੀ ਉਚਾਰਨ ਕਰ ਰਹੇ ਨੇ। ਪੌੜੀ ਕਰੀ ਦੋਏ ਕੰਮ ਚਾਲੀ ਨਿਜ ਪੋਤਰੇ ਪਰ ਥਾਏ ਵਿਸਾਲੀ। ਸਤਿਗੁਰਾਂ ਨੇ ਜਿਹੜੀ ਇਹ ਬਾਣੀ ਉਚਾਰਨ ਕੀਤੀ ਆ ਆਨੰਦ ਸਾਹਿਬ ਦੀਆਂ 2 ਘੱਟ 38 ਪੌੜੀਆਂ ਗੁਰੂ ਅਮਰਦਾਸ ਜੀ ਨੇ ਉਚਾਰੀਆਂ ਨੇ। ਵੈਸੇ ਤਾਂ 40 ਪੌੜੀਆਂ ਨੇ ਨਾ, ਪਰ ਉਹ 40 ਪੌੜੀਆਂ ਕਿਵੇਂ ਬਣੀਆਂ ਨੇ ਉਹ ਵੀ ਕਥਾ ਅੱਗੇ ਨਾਲ ਆ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ 38 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਆਪਣੇ ਪੋਤਰੇ ਪਰਥਾਏ ਵੀ। ਇਹ ਸਾਡੇ ਪੋਤਰੇ ਦੀ ਭੇਟਾ ਹੈ, ਅਸੀਂ ਉਹਦੇ ਦਰਸ਼ਨ ਕੀਤੇ ਨੇ ਤੇ ਦਰਸ਼ਨੀ ਭੇਟਾ ਬਾਣੀ। ਵੇਖੋ ਸਤਿਗੁਰੂ ਜੀ ਸੰਸਕਾਰ ਪੈਦਾ ਕਰ ਰਹੇ ਨੇ ਕਿ ਬੱਚੇ ਦੇ ਜਨਮ ਸੰਸਕਾਰ ਸਮੇਂ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ। ਅੱਜ ਕੱਲ ਤਾਂ ਕਿਸੇ ਬਾਲਕ ਦਾ ਬੱਚੇ ਦਾ ਜਨਮ ਹੁੰਦਾ ਹੈ ਤੇ ਹੋਰ ਅਨੇਕ ਪ੍ਰਕਾਰ ਦੀਆਂ ਰੀਤੀਆਂ ਲੋਕ ਰੀਤੀਆਂ ਲੋਕ ਪਾਲਣ ਲੱਗ ਪੈਂਦੇ ਨੇ, ਪਰ ਮਰਿਆਦਾ ਇਹ ਹੈ ਵੀ ਉਹਦੇ ਕੋਲ ਬੈਠ ਕੇ ਬਾਣੀ ਪੜੋ, ਇਹ ਗੁੜਤੀ ਦਿਓ ਬਾਣੀ ਦੀ। ਨਹੀਂ ਤਾਂ ਬਹੁਤੀਆਂ ਮਾਈਆਂ ਕੀ ਕਰਦੀਆਂ, ਆਪਣੇ ਮੂੰਹ ਵਿੱਚ ਹੀ ਕੋਈ ਮਿੱਠਾ ਗਰੋਲ ਕੇ ਆਪਣੀ ਝੂਠ ਉਸ ਬੱਚੇ ਦੇ ਮੂੰਹ ਵਿੱਚ ਪਾ ਕੇ ਕਹਿੰਦੇ ਮੇਰੀ ਗੁੜਤੀ ਹੋ ਗਈ। ਗੁੜਤੀ ਦੇਣੀ ਆ ਬੱਚਿਆਂ ਨੂੰ ਤਾਂ ਗੁਰੂ ਕੇ ਸ਼ਬਦ ਦੀ ਦਿਓ, ਗੁਰੂ ਕੀ ਬਾਣੀ ਦੀ ਦਿਓ। ਇਹ ਮਰਿਆਦਾ ਗੁਰੂ ਅਮਰਦਾਸ ਸਾਹਿਬ ਜੀ ਚਲਾ ਰਹੇ ਨੇ। ਖਾਲਸਾ ਜੀ ਇਸਲਾਮ ਦੇ ਵਿੱਚ ਜਿਸ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੁੰਦਿਆਂ ਸਾਰ ਉਹਦੇ ਕੰਨ ਦੇ ਵਿੱਚ ਅੱਲਾਹੂ ਜਾਂ ਖੁਦਾ ਦਾ ਨਾਂ ਜਾਂ ਕਲਮ ਪੜੀ ਜਾਂਦੀ ਵੀ ਬੱਚੇ ਦੇ ਹਿਰਦੇ 'ਚੋਂ ਸੰਸਕਾਰ ਪੱਕ ਜਾਣ। ਤੇ ਜਦੋਂ ਬੱਚੇ ਦਾ ਜਨਮ ਹੋਵੇ ਜਨਮ ਸਮੇਂ ਉਹਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਪਵੇ, ਗੁਰਬਾਣੀ ਦੇ ਸ਼ਬਦ ਦਾ ਜਾਪ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਮਰਿਆਦਾ ਆਪ ਬੰਨੀ। ਜਨਮ ਸੰਸਕਾਰ ਦੀ ਇਹ ਮਰਿਆਦਾ ਹੈ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਹੁਣ ਜਿਹੜੀ ਮਰਿਆਦਾ ਹੈ ਕਿ ਜਿਹੜਾ ਜਲ ਹੈ ਉਹਦੇ ਵਿੱਚ ਕਿਰਪਾਨ ਫੇਰ ਕੇ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾਓ। ਮਾਂ ਦੇ ਦੁੱਧ ਤੋਂ ਪਹਿਲਾਂ ਉਸ ਬੱਚੇ ਦੇ ਮੁਖ ਦੇ ਵਿੱਚ ਉਸ ਜਲ ਦਾ ਇੱਕ ਤੁਪਕਾ ਹੀ ਭਾਵੇਂ ਪਾਓ, ਉਹਦੇ ਅੰਦਰ ਗੁਰਬਾਣੀ ਦੀ ਕਲਾ ਵਰਤੇ, ਉਹਦੇ ਅੰਦਰ ਗੁਰਸਿੱਖੀ ਦੀ ਕਲਾ ਵਰਤੇ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ ਗੋਦ 'ਚ ਬਿਠਾਇਆ ਹੋਇਆ, ਲਿਟਾਇਆ ਹੋਇਆ,
ਆਨੰਦ ਸਾਹਿਬ ਦੀ ਬਾਣੀ ਉਚਾਰੀ ਜਾਂਦੇ ਨੇ। ਉਹ ਭੇਟਾ ਦਿੱਤੀ ਆ, ਦਰਸ਼ਨੀ ਭੇਟਾ ਉਸ ਬੱਚੇ ਨੂੰ। 38 ਪੌੜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ 2 ਘੱਟ 40 38 ਪੌੜੀਆਂ ਮਹਾਰਾਜ ਜੀ ਨੇ ਬਾਣੀ ਆਨੰਦ ਸਾਹਿਬ ਦੀਆਂ ਉਚਾਰਨ ਕੀਤੀਆਂ ਨੇ। ਪੋਤਰ ਸੋ ਬਾਣੀ ਕੋ ਆਨੰਦ ਨਾਮ ਧਰਿਓ ਗੁਰ ਪਾਇਓ ਆਨੰਦ। ਮਹਾਰਾਜ ਜੀ ਨੇ ਆਪਣੇ ਪੋਤਰੇ ਦਾ ਨਾਮ ਵੀ ਰੱਖਿਆ ਆਨੰਦ, ਤੇ ਇਸ ਪਵਿੱਤਰ ਬਾਣੀ ਦਾ ਨਾਮ ਵੀ ਰੱਖਿਆ ਸ੍ਰੀ ਆਨੰਦ ਸਾਹਿਬ। ਪੋਤਰੇ ਦਾ ਨਾਮ ਵੀ ਆਨੰਦ ਰੱਖਿਆ ਤੇ ਇਸ ਬਾਣੀ ਦਾ ਨਾਮ ਵੀ ਸਤਿਗੁਰਾਂ ਨੇ ਸ੍ਰੀ ਆਨੰਦ ਸਾਹਿਬ ਰੱਖਿਆ। ਪੁਨ ਬੱਲੂ ਕੋ ਦੀਨਸ ਬਾਲਕ, ਫਿਰ ਉਹ ਬਾਲਕ ਸਤਿਗੁਰਾਂ ਨੇ ਭਾਈ ਬੱਲੂ ਨੂੰ ਪਕੜਾਇਆ ਹੈ। ਲੈ ਕਰ ਕੋ ਗਮਨਿਓ ਤਤਕਾਲਕ, ਤੇ ਭਾਈ ਬੱਲੂ ਜੀ ਉਸ ਬੱਚੇ ਨੂੰ ਨਾਲ ਲੈ ਕੇ ਮਹਿਲਾਂ ਵਿੱਚ ਆਏ ਨੇ, ਜਿੱਥੇ ਬਾਬੇ ਮੋਹਰੀ ਦੀ ਘਰਵਾਲੀ ਸੀ, ਬਾਕੀ ਸਾਰਾ ਪਰਿਵਾਰ ਸੀ। ਤਿਸ ਮਾਤਾ ਕੀ ਦਿਓ ਸੋ ਗੋਦ, ਉਹ ਬੱਚਾ ਜਿਹੜੀ ਮਾਤਾ, ਉਸ ਬੱਚੇ ਦੀ ਮਾਤਾ ਦੀ ਗੋਦ ਵਿੱਚ ਜਾ ਕੇ ਭਾਈ ਬੱਲੂ ਜੀ ਨੇ ਦਿੱਤਾ ਹੈ। ਦੇਖ ਪੁੱਤਰ ਕੋ ਮਹਾ ਪ੍ਰਮੋਦ, ਮਾਂ ਬੜੀ ਖੁਸ਼ ਹੋਈ। ਨਾਲੇ ਭਾਈ ਬੱਲੂ ਨੇ ਦੱਸਿਆ ਮਾਂ ਨੂੰ ਕਿ ਸਤਿਗੁਰਾਂ ਨੇ ਇਸ ਬੱਚੇ ਦਾ ਨਾਮ ਭਾਈ ਆਨੰਦ, ਬਾਬਾ ਆਨੰਦ ਰੱਖਿਆ ਹੈ। ਬਾਬਾ ਆਨੰਦ ਜੀ ਇਸ ਬਾਲਕ ਦਾ ਨਾਮ ਰੱਖਿਆ ਹੈ। ਮਾਤਾ ਜੀ ਵੀ ਸੁਣ ਕੇ ਬੜਾ ਖੁਸ਼ ਹੋਏ, ਪ੍ਰਸੰਨ ਹੋਏ। ਜਬ ਬੱਲੂ ਗੁਰ ਕੇ ਟਿਗ ਆਇਓ, ਉਸ ਬੱਚੇ ਨੂੰ ਮਹਿਲਾਂ 'ਚ ਛੱਡ ਕੇ ਭਾਈ ਬੱਲੂ ਜੀ ਵਾਪਸ ਫਿਰ ਗੁਰੂ ਸਾਹਿਬ ਕੋਲ ਆਏ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਭਾਈ ਬੱਲੂ ਜੀ ਆਏ, ਮੰਗਲ ਮੂਲ ਸੋ ਬਾਤ ਸੁਨਾਇਓ, ਮੰਗਲਾਂ ਦੇ ਮੂਲ, ਖੁਸ਼ੀਆਂ ਦੇ ਮੂਲ ਧੰਨ ਗੁਰੂ ਅਮਰਦਾਸ ਗਰੀਬ ਨਵਾਜ ਸਾਹਿਬ, ਜਿਨ੍ਹਾਂ ਤੋਂ ਸਾਰੀਆਂ ਖੁਸ਼ੀਆਂ, ਸਾਰੇ ਆਨੰਦ ਪੈਦਾ ਹੁੰਦੇ ਨੇ, ਐਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਭਾਈ ਬੱਲੂ ਨੂੰ ਕਹਿਣ ਲੱਗੇ, ਲੇਹੋ ਢੋਲ ਕੇ ਆਬੇ ਆਪਣੇ ਹਾਥ। ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਬੱਲੂ ਜੀ ਹੁਣ ਏਦਾਂ ਕਰੋ ਵੀ ਆਪਣੇ ਗਲ ਦੇ ਵਿੱਚ ਢੋਲਕੀ ਪਾ ਲਓ, ਢੋਲਕ ਆਪਣੇ ਗਲ ਦੇ ਵਿੱਚ ਪਾ ਲਵੋ। ਚੜ ਕੋਠੇ ਪਰ ਵੱਡ ਸੁਰ ਸਾਤ, ਤੇ ਢੋਲਕੀ ਵਜਾਈ ਜਾਓ ਤੇ ਕੋਠੇ ਦੀ ਛੱਤ ਤੇ ਚੜ ਜਾਓ, ਚੁਬਾਰੇ ਦੇ, ਤੇ ਚੁਬਾਰੇ ਦੀ ਛੱਤ ਤੇ ਚੜ ਕੇ ਨਾਲੇ ਢੋਲਕੀ ਵਜਾਈ ਜਾਓ, ਔਰ ਉੱਚੀ ਸੁਰ ਦੇ ਵਿੱਚ, ਮਿੱਠੀ ਸੁਰ ਦੇ ਅੰਦਰ ਗਾਵੋ ਆਨੰਦ ਬਜਾਵੋ ਜਾਵੋ, ਹਰ ਖਾਵੋ ਬੋ ਨਰਨ ਸੁਨਾਵੋ। ਤੇ ਆ ਜਿਹੜੀ ਬਾਣੀ ਦੀ ਰਚਨਾ ਅਸੀਂ ਅੱਜ ਕੀਤੀ ਹੈ, ਇਹ ਬਾਣੀ ਨਾਲ ਨਾਲ ਗਾਵੋ ਤੇ ਨਾਲ ਉਹ ਢੋਲਕੀ ਵਜਾਈ ਜਾਓ ਉੱਚੀ ਆਵਾਜ਼ 'ਚ, ਕੋਠੇ ਦੀ ਛੱਤ ਤੇ ਚੜ ਕੇ, ਤੇ ਤੁਹਾਡੀ ਆਵਾਜ਼ ਸਾਰੇ ਨਗਰ ਵਿੱਚ ਪਹੁੰਚੇ ਤੇ ਕੱਲੇ ਕੱਲੇ ਵਿਅਕਤੀ ਦੇ ਕੰਨ ਦੇ ਵਿੱਚ ਇਸ ਆਨੰਦ ਸਾਹਿਬ ਦੀ ਬਾਣੀ ਦੀ ਆਵਾਜ਼ ਪਵੇ, ਕਿਉਂਕਿ ਜਿਹਦੇ ਕੰਨਾਂ ਵਿੱਚ ਇਹ ਬਾਣੀ ਦੀ ਆਵਾਜ਼ ਪਵੇਗੀ ਉਹਨਾਂ ਦੇ ਹਿਰਦੇ ਆਨੰਦ ਨਾਲ ਭਰ ਜਾਣਗੇ। ਉਹਨਾਂ ਦੇ ਹਿਰਦੇ ਆਨੰਦ ਸਹਿਤ ਭਰ ਜਾਣਗੇ, ਪਰਮ ਆਨੰਦ ਦੀਆਂ ਖੇਡਾਂ ਵਰਤ ਜਾਣਗੀਆਂ। ਇਸ ਆਨੰਦ ਸਾਹਿਬ ਦੀ ਬਾਣੀ ਦਾ ਰੀਝ ਕੇ ਕੀਰਤਨ ਕਰੋ, ਕੋਠੇ ਦੀ ਛੱਤ ਤੇ ਚੜ ਕੇ ਇਸ ਪਾਵਨ ਪਵਿੱਤਰ ਬਾਣੀ ਨੂੰ ਗਾਵੋ। ਇਹ ਬਾਣੀ ਸੁੰਦਰ ਗੁਣ ਭਰੀ, ਸੁਨੇ ਜੋ ਪਾਏ ਕਾਮਨਾ ਧਰੀ। ਇਹ ਬਾਣੀ ਬੜੀ ਸੁੰਦਰ ਹੈ, ਇਹ ਗੁਣਾਂ ਨਾਲ ਭਰੀ ਹੋਈ ਹੈ। ਇਸ ਬਾਣੀ 'ਚ ਸਾਰੇ ਗੁਣ ਨੇ। ਤੇ ਹੈ ਭਾਈ ਬੱਲੂ ਜੀ, ਜਿਹੜਾ ਵੀ ਇਸ ਬਾਣੀ ਨੂੰ ਸੁਣੇਗਾ, ਇਸ ਬਾਣੀ ਨੂੰ ਪੜ੍ਹੇਗਾ, ਉਹਦੀ ਕਾਮਨਾ ਦੀ ਪੂਰਤੀ ਹੋਵੇਗੀ, ਉਹਦੀ ਕਾਮਨਾਵਾਂ ਦੀ ਪੂਰਤੀ ਹੋਵੇਗੀ। ਕਲਗੀਧਰ ਪਾਤਸ਼ਾਹ ਜੀ ਜਦੋਂ ਮੁਕਤੀਨਾਮਾ ਉਚਾਰਨ ਕੀਤਾ 10ਵੇਂ ਪਾਤਸ਼ਾਹ ਨੇ, ਤੇ ਸਾਹਿਬ ਨੇ ਵੀ ਬਚਨ ਕਹੇ ਸਨ, ਕਿਸੇ ਵੀ ਕਾਰਜ ਨੂੰ ਪੂਰਨ ਕਰਨ ਵਾਸਤੇ 3 ਆਨੰਦ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੋ, ਉਹ ਕਾਰਜ ਪੂਰਨ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਵਨ ਬਾਣੀ ਹੈ ਆਨੰਦ ਸਾਹਿਬ ਦੀ ਸੁੰਦਰ, ਇਹਦੇ ਵਿੱਚ ਬੜੇ ਗੁਣ ਨੇ, ਇਹਦੇ 'ਚ ਸ਼ੁਭ ਗੁਣ ਨੇ। ਸਤਿਗੁਰਾਂ ਨੇ ਸਾਡੀਆਂ 5 ਬਾਣੀਆਂ ਦੇ ਨਿਤਨੇਮ ਦੇ ਵਿੱਚ ਇਸ ਪਾਵਨ ਬਾਣੀ ਨੂੰ ਜੋੜਿਆ
ਕਿ ਜੋੜ ਕੇ ਇਸ ਵਾਸਤੇ ਵੀ ਆਨੰਦ ਦੇ ਵਿੱਚ ਆ ਕੇ ਜਦੋਂ ਆਨੰਦ ਸਾਹਿਬ ਪੜ੍ਹੇ ਉਦੋਂ ਫਿਰ ਇਹਦੀ ਸੁਰਤ ਆਨੰਦ ਵਿੱਚ ਟਿਕ ਜਾਏ। ਹੋਕਾ ਵੀ ਮੇਰੇ ਸਤਿਗੁਰਾਂ ਨੇ ਇਸ ਬਾਣੀ ਵਿੱਚ ਹੀ ਸਾਨੂੰ ਦਿੱਤਾ ਨਾ, ਰੋਜ਼ ਹੋਕਾ ਮਾਰ ਕੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਬੁਲਾਉਂਦੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਪਾਵਨ ਬਾਣੀ ਚ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਜ਼ ਸੱਦ ਕੇ ਕਹਿੰਦੇ ਬਾਣੀ ਪੜ੍ਹੋ। ਇਹ ਬਾਣੀਆਂ ਸਾਰੀਆਂ ਦੁਨੀਆ ਦੀਆਂ ਜਿੰਨੀਆਂ ਬਾਣੀਆਂ ਨੇ ਉਹਦੇ ਤੋਂ ਸਰਵੋਤਮ ਬਾਣੀ ਹੈ, ਸ਼੍ਰੋਮਣੀ ਬਾਣੀ ਹੈ, ਉੱਤਮ ਬਾਣੀ ਹੈ। ਸਤਿਗੁਰੂ ਕਹਿੰਦੇ ਭਾਈ ਬੱਲੂ ਜਿਹੜਾ ਸੁਣੇਗਾ ਇਸ ਬਾਣੀ ਨੂੰ, ਜਿਹੜਾ ਇਸ ਪਾਵਨ ਪਵਿੱਤਰ ਆਨੰਦ ਸਾਹਿਬ ਦੀ ਬਾਣੀ ਨੂੰ ਗਾਵੇਗਾ, ਉਹਦੇ ਹਿਰਦੇ ਆਨੰਦ ਨਾਲ ਭਰ ਜਾਣਗੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰਾਂ ਨੂੰ ਪਾ ਕੇ ਆਨੰਦ ਨੂੰ ਪ੍ਰਾਪਤ ਕਰ ਲਿਆ। ਹੈ ਮੇਰੀ ਮਾਂ, ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਐਸੀ ਇਹ ਪਵਿੱਤਰ ਪਾਵਨ ਰਚਨਾ ਦੀ ਬਾਣੀ ਦੀ ਰਚਨਾ ਕਰਕੇ ਗਰੀਬ ਨਵਾਜ ਪਾਤਸ਼ਾਹ ਭਾਈ ਬੱਲੂ ਨੂੰ ਹੁਕਮ ਕਰਦੇ ਵੀ ਕੋਠੇ ਤੇ ਚੜ੍ਹ ਕੇ ਢੋਲਕ ਵਜਾ ਕੇ ਇਸ ਪਵਿੱਤਰ ਪਾਵਨ ਬਾਣੀ ਨੂੰ ਗਾਓ। ਜਿਹੜਾ ਸੁਣੇਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਨਿਤ ਇਸ ਪਠਨ ਨੇਮ ਨਿਰਬਾਹੇ, ਅਲੱਭ ਨਾ ਵਸਤ ਹੋਤ ਜੇ ਚਾਹੇ। ਜਿਹੜੇ ਨਿਤਾ ਪ੍ਰਤੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਨੇਮ ਨਾਲ ਕਰਨਗੇ, ਨੇਮ ਨਾਲ ਬਿਨਾਂ ਨਾਗਾ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨਗੇ, ਬਿਨਾਂ ਨਾਗਾ ਪੜ੍ਹਨਗੇ, ਨੇਮ ਨਾਲ ਪੜ੍ਹਨਗੇ। ਸਾਹਿਬ ਕਹਿੰਦੇ ਭਾਈ ਫਿਰ ਐਸੀ ਕੋਈ ਵਸਤੂ ਅਲੱਭ ਨਹੀਂ ਜਿਹੜੀ ਉਹਨਾਂ ਨੂੰ ਨਾ ਮਿਲੇ। ਐਸੀ ਕੋਈ ਵਸਤੂ ਫਿਰ ਉਹਨਾਂ ਵਾਸਤੇ ਦੁਰਲਭ ਨਹੀਂ ਜੋ ਉਹਨਾਂ ਨੂੰ ਨਾ ਪ੍ਰਾਪਤ ਹੋਵੇ। ਹਰ ਇੱਕ ਸ਼ੈ ਕਾਮਨਾ ਉਹਨਾਂ ਦੀ ਪੂਰਤੀ ਹੋਵੇਗੀ ਜਿਹੜਾ ਬਿਨਾਂ ਨਾਗੇ ਤੋਂ ਨੇਮ ਨਾਲ ਇਸ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰੇਗਾ। ਭੁਗਤ ਮੁਕਤ ਕੀ ਇਹ ਫਲਦਾਇਕ, ਪਾਏ ਪਦਾਰਥ ਸਹਿਜ ਸੁਭਾਇਕ। ਇਹ ਜਿਹੜੀ ਪਵਿੱਤਰ ਬਾਣੀ ਹੈ ਸ੍ਰੀ ਆਨੰਦ ਸਾਹਿਬ ਜੀ ਦੀ, ਇਹ ਭੁਗਤੀ ਤੇ ਮੁਕਤੀ ਦੀ ਦਾਤ ਹੀ ਹੋਵੇਗੀ। ਇਹਦੇ ਵਿੱਚੋਂ ਭੁਗਤੀ ਵੀ ਮਿਲੇਗੀ, ਇਹਦੇ ਵਿੱਚੋਂ ਮੁਕਤੀ ਵੀ ਮਿਲੇਗੀ। ਆਨੰਦ ਸਾਹਿਬ ਜੀ ਦੀ ਬਾਣੀ ਦਾ ਬੜਾ ਵੱਡਾ ਮਹਾਤਮ ਹੈ, ਬਹੁਤ ਮਹਾਤਮ। ਤਾਂ ਹੀ ਹਰ ਇੱਕ ਕਾਰਜ ਵਿੱਚ ਇਸ ਪਾਵਨ ਬਾਣੀ ਨੂੰ ਪੜ੍ਹਿਆ ਜਾਂਦਾ। ਕੋਈ ਵੀ ਕਾਰਜ ਆਪਾਂ ਕਰਦੇ ਹਾਂ, ਦੀਵਾਨ ਦੀ ਸਮਾਪਤੀ ਹੁੰਦੀ ਹੈ ਤਾਂ ਵੀ, ਕਿਸੇ ਕਾਰਜ ਦੀ ਆਰੰਭਤਾ ਕਰਨ ਵਾਸਤੇ ਅਰਦਾਸ ਕਰਨੀ ਹੈ ਤਾਂ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ। ਤੋ ਕਹਿਣ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਭੁਗਤੀ ਤੇ ਮੁਕਤੀ ਦੀ ਦਾਤੀ ਫਲਦਾਇਕ ਹੈ, ਔਰ ਸਹਿਜ ਸੁਭਾਇਕ ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਣਗੇ ਜਿਹੜੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ। ਰਚੀ ਹੇਤ ਸਿੱਖਨ ਕਲਿਆਣ, ਪਠੈ ਸੁਨੈ ਸੁਖ ਲਏ ਮਹਾਨ। ਇਹ ਜਿਹੜੀ ਪਾਵਨ ਬਾਣੀ ਹੈ ਅਸੀਂ ਸਿੱਖਾਂ ਦੀ ਕਲਿਆਣ ਵਾਸਤੇ ਰਚੀ ਹੈ। ਇਹਨੂੰ ਪੜ੍ਹ ਕੇ ਸੁਣ ਕੇ ਸੁਖ ਦੀ ਪ੍ਰਾਪਤੀ ਹੋਵੇਗੀ। ਇਹਦੇ ਵਿੱਚੋਂ ਹੀ ਸੁਖ ਮਿਲਦਾ। ਜਦੋਂ ਬਾਦਸ਼ਾਹ ਕਹਿੰਦੇ ਨੇ ਨਾ ਵੀ ਆਨੰਦ ਦੀਆਂ ਗੱਲਾਂ ਬੜੇ ਲੋਕ ਕਰਦੇ, ਪਰ ਆਨੰਦ ਗੁਰੂ ਤੋਂ ਜਾਣਿਆ ਜਾਂਦਾ, ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ। ਨਾਲ ਸਤਿਗੁਰੂ ਜੀ ਬੜਾ ਪਿਆਰ ਨਾਲ ਸਮਝਾ ਕੇ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਹੀਂ ਤੇਰਾ ਨਾਲੇ। ਕਿੰਨੀਆਂ ਸਮਝਾਂ ਸੋਝੀਆਂ ਸਤਿਗੁਰਾਂ ਨੇ ਇਸ ਪਾਵਨ ਬਾਣੀ ਰਾਹੀਂ ਸਾਨੂੰ ਦਿੱਤੀਆਂ। ਕਿਆ ਤੁਧ ਕਰਮ ਕਮਾਇਆ, ਸਰੀਰ ਨੂੰ ਵੀ ਸੰਬੋਧਨ ਕਰਕੇ ਕਿਹਾ ਕਿ ਮੇਰੇ ਸਰੀਰਾ ਤੂੰ ਕੀ ਕਰਮ ਕਮਾਇਆ ਇਸ ਜੱਗ ਵਿੱਚ ਆ ਕੇ। ਹੇ ਰਸਨਾ ਤੂੰ ਕੀ ਕਰ ਰਹੀ ਆ। ਨੇਤਰਾਂ ਨੂੰ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਸ਼ਰਵਣਾ ਨੂੰ ਕੀ ਕਰਨਾ ਚਾਹੀਦਾ ਹੈ। ਸਰਵਣੋ ਮੇਰਿਓ ਸਾਚਾ ਸੁਰਣਾ ਨੂੰ ਪਠਾਏ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿੰਨਾ ਗਿਆਨ ਇਸ ਪਾਵਨ ਬਾਣੀ 'ਚ ਸਾਨੂੰ ਦਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ
ਸੁਖ ਦੀ ਪ੍ਰਾਪਤੀ ਹੋਵੇਗੀ, ਆਤਮਿਕ ਸੁਖ ਉਹਨਾਂ ਨੂੰ ਪ੍ਰਾਪਤ ਹੋਵੇਗਾ। ਸਭ ਕਾਰਜ ਕੀ ਸਿੱਧੀ ਦੇਤ, ਜੋ ਇਸ ਧਾਰੇ ਪ੍ਰੇਮ ਸਮੇਤ। ਸਾਰੇ ਕਾਰਜਾਂ ਦੀ ਸਿੱਧੀ ਦੀ ਇਹ ਬਾਣੀ ਹੈ। ਇਹਨੂੰ ਪੜ੍ਹ ਕੇ ਸਾਰੇ ਕੰਮ ਸਿੱਧ ਹੋ ਜਾਣਗੇ, ਸਾਰੇ ਕਾਰਜ ਸਿੱਧ ਹੋ ਜਾਣਗੇ। ਜਿਹੜਾ ਇਸ ਨੂੰ ਧਾਰਨ ਕਰੇਗਾ, ਪ੍ਰੇਮ ਸਮੇਤ ਧਾਰਨ ਕਰੇਗਾ, ਇਸ ਪਾਵਨ ਬਾਣੀ ਨੂੰ ਕੰਠ ਕਰੇਗਾ, ਤੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸਾਰੇ ਕਾਰਜ ਮਨੋਕਾਮਨਾਵਾਂ ਦੀ ਪੂਰਤੀ ਔਰ ਉਹਨਾਂ ਦੇ ਕਾਰਜਾਂ ਦੀ ਸਿੱਧੀ ਹੋਵੇਗੀ। ਸਭ ਮੰਗਲ ਕੇ ਆਦ ਪੜੀਜੈ, ਪੂਰਨ ਵੈ ਨਿਰਬਿਘਨ ਲਈਜੈ। ਸਾਰੇ ਮੰਗਲਾਂ ਤੋਂ ਪਹਿਲਾਂ ਇਸ ਪਾਵਨ ਬਾਣੀ ਦਾ ਪਾਠ ਕਰੋ। ਕੋਈ ਵੀ ਕੰਮ ਰੰਭਣਾ, ਮਹਾਰਾਜ ਕਹਿੰਦੇ ਇਸ ਪਾਵਨ ਬਾਣੀ ਨੂੰ ਪੜੋ, ਤੇ ਇਸ ਪਵਿੱਤਰ ਪਾਵਨ ਬਾਣੀ ਨੂੰ ਪੜ੍ਹ ਕੇ ਨਿਰਵਿਘਨਤਾ ਸਹਿਤ ਉਹਨਾਂ ਕਾਰਜਾਂ ਦੀ ਪੂਰਤੀ ਹੋਵੇਗੀ। ਗੁਰ ਆਇਸ ਤੇ ਬੱਲੂ ਦਾਸ, ਭਾਈ ਬੱਲੂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੁਣਿਆ। ਲੈ ਕਰ ਢੋਲਕ ਆਪਣੇ ਪਾਸ, ਭਾਈ ਬੱਲੂ ਨੇ ਉਹ ਢੋਲਕ ਆਪਣੇ ਕੋਲ ਲਈ ਹੈ। ਕੋਠੇ ਪਰ ਚੜ ਕੇ ਤਤਕਾਲਾ, ਤਤਕਾਲ ਭਾਈ ਬੱਲੂ ਜੀ ਕੋਠੇ ਦੀ ਛੱਤ ਤੇ ਜਾ ਚੜੇ। ਗਲ ਵਿੱਚ ਢੋਲਕੀ ਪਾਈ ਹੋਈ ਹੈ। ਕੀਨ ਬਜਾਵਨ ਧੁਨੀ ਵਿਸਾਲਾ, ਤੇ ਢੋਲਕੀ ਵਜਾਈ ਤੇ ਨਾਲ ਉੱਚੀ ਉੱਚੀ ਆਵਾਜ਼ 'ਚ ਪੜ੍ਹਨਾ ਸ਼ੁਰੂ ਕੀਤਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਉੱਚੀ ਉੱਚੀ ਆਵਾਜ਼ ਵਿੱਚ ਭਾਈ ਬੱਲੂ ਜੀ ਸ੍ਰੀ ਆਨੰਦ ਸਾਹਿਬ ਜੀ ਦਾ ਨਾਲ ਕੀਰਤਨ ਕਰ ਰਹੇ ਨੇ। 38 ਪੌੜੀ ਸਭ ਗਾਈ, 38 ਦੀਆਂ 38 ਪੌੜੀਆਂ ਭਾਈ ਸਾਹਿਬ ਭਾਈ ਬੱਲੂ ਜੀ ਨੇ ਗਾਇਨ ਕੀਤੀਆਂ ਹਨ। ਧੁਨ ਉੱਚੀ ਸੋ ਨਰਨ ਸੁਨਾਈ, ਬੜੀ ਉੱਚੀ ਧੁਨ ਦੇ ਵਿੱਚ ਗਾਇਆ ਭਾਈ ਬੱਲੂ ਨੇ। ਪੂਰਾ ਛਾਤੀ ਦਾ ਜ਼ੋਰ ਲਾ ਕੇ ਉੱਚੀ ਆਵਾਜ਼ ਵਿੱਚ ਬਾਣੀ ਮਹਾਰਾਜ ਜੀ ਦੀ 38 ਪੌੜੀਆਂ ਦੀ ਗਾਈ ਕਿ ਗੋਇੰਦਵਾਲ ਸਾਹਿਬ ਦੇ ਕੱਲੇ ਕੱਲੇ ਘਰ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਪਹੁੰਚਿਆ। ਕੱਲੇ ਕੱਲੇ ਘਰ ਵਿੱਚ ਆਨੰਦ ਸਾਹਿਬ ਦੀ ਬਾਣੀ ਦੀ ਆਵਾਜ਼ ਪਹੁੰਚੀ। ਤੇ ਖਾਲਸਾ ਜੀ ਜਿੱਥੇ ਜਿੱਥੇ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਦੀ ਬਾਣੀ ਦਾ ਆਵਾਜ਼ਾ ਪਹੁੰਚਿਆ, ਉੱਥੇ ਉੱਥੇ ਸਾਰੇ ਪਾਸੇ ਆਨੰਦ ਹੀ ਆਨੰਦ ਵਰਤ ਗਿਆ। ਜਿਨ ਜਿਨ ਸੁਨਿਓ ਕਾਨ ਮੈਂ ਤਬੇ, ਜਿਨੇ ਜਿਨੇ ਵੀ ਉਸ ਸਮੇਂ ਆਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਕੰਨਾਂ 'ਚ ਸੁਣਿਆ, ਭਾਈ ਬੱਲੂ ਜੀ ਗਾ ਰਹੇ ਸੀ, ਜਿਨੇ ਜਿਨੇ ਵੀ ਆਨੰਦ ਸਾਹਿਬ ਆਪਣੇ ਕੰਨਾਂ ਨਾਲ ਸੁਣਿਆ, ਪਾਓ ਭਗਤ ਪ੍ਰਗਟੀ ਔਰ ਸਬੈ, ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੋ ਗਈ। ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮ ਭਗਤੀ ਜਾਗ ਪਈ, ਭਾਉ ਭਗਤੀ ਉਹਨਾਂ ਅੰਦਰ ਪ੍ਰਗਟ ਹੋ ਆਈ। ਆਨੰਦ ਮੂਲ ਬਾਣੀ ਸ਼ੁਭ ਕਰੀ, ਇਸ ਤਰ੍ਹਾਂ ਆਨੰਦਾਂ ਦਾ ਮੂਲ ਹੈ ਜਿਹੜੀ ਹੈ ਬਾਣੀ, ਆਨੰਦ ਸਾਹਿਬ ਦੀ ਬਾਣੀ ਆਨੰਦਾਂ ਦਾ ਮੂਲ ਹੈ। ਜਿਵੇਂ ਸੁਖਮਣੀ ਸੁੱਖਾਂ ਦਾ ਮੂਲ ਹੈ ਨਾ, ਏਦਾਂ ਸ੍ਰੀ ਆਨੰਦ ਸਾਹਿਬ ਆਨੰਦਾਂ ਦਾ ਮੂਲ ਹੈ। ਇੱਥੋਂ ਸਾਰੇ ਆਨੰਦ ਪੈਦਾ ਹੁੰਦੇ ਨੇ। ਇਸ ਕਰਕੇ ਆਨੰਦਾਂ ਦੀ ਮੂਲ ਇਹ ਪਾਵਨ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰੀ ਹੈ। ਭਗਤ ਵਿਰਾਗ ਗਿਆਨ ਸੋ ਭਰੀ, ਸਤਿਗੁਰਾਂ ਦੀ ਇਸ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਅੰਦਰ ਭਗਤੀ ਵੀ ਹੈ, ਵਿਰਾਗ ਵੀ ਹੈ, ਤੇ ਫਿਰ ਇਹਦੇ ਵਿੱਚ ਗਿਆਨ ਵੀ ਹੈ। ਤਿੰਨੇ ਚੀਜ਼ਾਂ ਨੇ, ਭਗਤੀ ਵਿਰਾਗ ਤੇ ਗਿਆਨ, ਤਿੰਨ ਹੀ ਚੀਜ਼ਾਂ ਹੁੰਦੀਆਂ ਨੇ। ਤੇ ਤਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਵਿੱਚ ਭਰੀਆਂ ਹੋਈਆਂ ਨੇ। ਚਤਰਥ ਪਾਤਸ਼ਾਹ ਜਬ ਪਏ, ਖਾਲਸਾ ਜੀ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਦੇਵ ਬਣੇ, ਹਾਂਜੀ, ਇੱਕ ਪੌੜੀ ਤਿਨੋਂ ਰਚ ਕਰੇ, ਇੱਕ ਪੌੜੀ ਰਚ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਆਨੰਦ ਸਾਹਿਬ ਨਾਲ ਜੋੜ ਦਿੱਤੀ। ਪਹਿਲਾਂ 38 ਪੌੜੀਆਂ ਸੀ, ਇੱਕ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹ ਨਾਲ ਜੋੜ ਕੇ ਫਿਰ 39 ਪੌੜੀਆਂ ਬਣ ਗਈਆਂ। ਇੱਕ ਸ਼੍ਰੀ ਅਰਜਨ ਤੇ ਸੰਗ ਜੋੜੀ,
ਔਰ ਇੱਕ ਪੌੜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਉਹ ਪਾਵਨ ਪੌੜੀ ਜਿਹੜੀ ਆ ਉਹ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕਰਕੇ ਨਾਲ ਜੋੜੀ। ਆਨੰਦ ਮਹਾਤਮ 40 ਪੌੜੀ। ਇਦਾਂ ਫਿਰ ਇਸ ਪਾਵਨ ਬਾਣੀ ਦੀਆਂ ਪੌੜੀਆਂ ਦੀ ਕੁੱਲ ਗਿਣਤੀ 40 ਬਣ ਗਈ। ਹੁਣ 40 ਪੌੜੀਆਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੀਆਂ, ਤੇ ਮਹਾਰਾਜ ਕਹਿੰਦੇ ਹੁਣ 40 ਪੌੜੀਆਂ ਦਾ ਮਹੱਤਵ ਹੈ। ਇਹਨਾਂ ਵੀ 38 ਪੜ੍ਹਨੀਆਂ ਨੇ। ਪਾਤਸ਼ਾਹ ਕਹਿੰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ 40 ਪੜ੍ਹਨੀਆਂ ਨੇ। 40 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਦਾ ਮਹਾਤਮ ਹੋਵੇਗਾ। ਅੰਮ੍ਰਿਤ ਸਮੇਂ ਜੋ ਪਠੇ ਆਨੰਦ ਮਿਲੇ ਗੋਬਿੰਦ ਮੁਕੰਦੇ ਆਨੰਦ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸ੍ਰੀ ਆਨੰਦ ਸਾਹਿਬ ਦੀ ਇਹੀ ਪਾਵਨ ਬਾਣੀ 40 ਪੌੜੀਆਂ ਦਾ ਜਾਪ ਅੰਮ੍ਰਿਤ ਦੇ ਸੰਚਾਰ ਸਮੇਂ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਸਮੇਂ ਵੀ ਪੜ੍ਹੀ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਸੰਤੋਖ ਸਿੰਘ ਜੀ ਵੀ ਇਸ ਪਾਵਨ ਬਾਣੀ ਨੂੰ ਅੰਮ੍ਰਿਤ ਵੇਲੇ, ਅੰਮ੍ਰਿਤ ਸਮੇਂ ਦਾ ਮਤਲਬ ਅੰਮ੍ਰਿਤ ਵੇਲੇ ਵੀ ਹੈ, ਅੰਮ੍ਰਿਤ ਵੇਲੇ ਜਿਹੜਾ ਇਸ ਪਾਵਨ ਬਾਣੀ ਆਨੰਦ ਸਾਹਿਬ ਨੂੰ ਪੜ੍ਹੇਗਾ ਉਹਨੂੰ ਮੁਕਤੀ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਪਰਮੇਸ਼ਰ ਵੀ ਮਿਲੇਗਾ, ਮੁਕੰਦ ਕਹਿੰਦੇ ਨੇ ਮੁਕਤੀ ਨੂੰ, ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਵੀ ਹੋਵੇਗੀ। ਐਸੀ ਇਹ ਪਵਿੱਤਰ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦੀ ਹੈ ਕਿ ਜਿਸ ਨੂੰ ਪੜ੍ਹ ਕੇ ਮੁਕਤੀ ਔਰ ਆਨੰਦ ਔਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਕੇਤਕ ਚਿਰ ਪੁਨ ਬੀਤਤ ਭਇਓ। ਇਸੇ ਤਰ੍ਹਾਂ ਕੁਝ ਸਮਾਂ ਹੋਰ ਬਤੀਤ ਹੋਇਆ। ਉਤਰਾ ਤ੍ਰਿਤੀਏ ਬਹੁਰ ਨਿਪਜਿਓ। ਗੁਰੂ ਅਮਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਤੀਸਰੇ ਪੋਤਰੇ ਦਾ ਜਨਮ ਹੋਇਆ। 2 ਪੋਤਰੇ ਹੋਏ ਨੇ ਬਾਬੇ ਮੋਹਰੀ ਦੇ ਘਰ। ਵੱਡੇ ਬਾਬਾ ਅਰਥਮਲ ਜੀ ਨੇ, ਦੂਜੇ ਬਾਬਾ ਆਨੰਦ ਜੀ ਨੇ। ਹੁਣ ਤੀਜੇ ਪੁੱਤਰ ਨੇ ਬਾਬਾ ਮੋਹਰੀ ਜੀ ਦੇ ਘਰ ਜਨਮ ਲਿਆ। ਗੁਰੂ ਅਮਰਦਾਸ ਸਾਹਿਬ ਜੀ ਦੇ ਤੀਸਰੇ ਪੋਤਰੇ ਨੇ ਜਨਮ ਲਿਆ ਹੈ। ਅਰਜਾਨੀ ਤੇ ਨਾਮ ਬਖਾਨਾ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੇ ਤੀਸਰੇ ਪੋਤਰੇ ਦਾ ਨਾਂ ਰੱਖਿਆ ਬਾਬਾ ਅਰਜਾਨੀ ਮੱਲ। ਬਾਬਾ ਮੋਹਰੀ ਜੀ ਦੇ 3 ਪੁੱਤਰ ਸਨ ਤੇ ਤੀਸਰੇ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਸਰੇ ਪੋਤਰੇ ਉਹ ਬਾਬਾ ਅਰਜਾਨੀ ਮੱਲ ਜੀ, ਉਹਨਾਂ ਦਾ ਨਾਂ ਸਤਿਗੁਰਾਂ ਨੇ ਰੱਖਿਆ ਪੂਰਬ ਸਤਿਗੁਰ ਭਗਤ ਮਾਨਾ। ਬਾਬਾ ਅਰਜਾਨੀ ਮੱਲ ਜੀ ਵੀ ਪੂਰਬਲੇ ਜਨਮ ਦੇ ਭਗਤ ਸੀ, ਗੁਰੂ ਘਰ ਦੇ ਮਹਾਨ ਸੇਵਕ ਸਨ। ਹੁਤੋ ਬਿਰਕਤ ਜਨਮਤ ਮ੍ਰਿਤ ਭਇਓ। ਕਹਿੰਦੇ ਬਾਬਾ ਅਰਜਾਨੀ ਮੱਲ ਜੀ ਦਾ ਜਨਮ ਹੋਇਆ ਸਤਿਗੁਰਾਂ ਦੇ ਘਰ ਵਿੱਚ। ਉਸ ਵੇਲੇ ਵੀ ਇੱਕ ਕਲਾ ਵਰਤੀ। ਬਾਬਾ ਅਰਜਾਨੀ ਮੱਲ ਜੀ ਜਦੋਂ ਜਨਮ ਹੋਇਆ, ਹੈਣ ਗੁਰੂ ਘਰ ਦੇ ਭਗਤ ਹੀ ਸਨ। ਖਾਲਸਾ ਜੀ, ਗੁਰੂ ਘਰ ਨਾਲ ਜਿਨ੍ਹਾਂ ਚੀਜ਼ਾਂ ਦਾ ਜੋੜ ਜੁੜਦਾ ਹੈ ਉਹ ਚੀਜ਼ਾਂ ਕੋਈ ਸਧਾਰਨ ਵਸਤੂਆਂ ਨਹੀਂ ਹੁੰਦੀਆਂ। ਉਹ ਸਧਾਰਨ ਵਸਤੂਆਂ ਨਹੀਂ ਹਨ, ਉਹ ਖਾਸ ਨੇ। ਪੂਰਬਲੇ ਜਨਮਾਂ ਦੀ ਪਤਾ ਨਹੀਂ ਕਿਤਨੀ ਭਗਤੀ, ਇੱਥੋਂ ਤੱਕ ਵੀ ਜਿਹੜੇ ਜਾਨਵਰਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਉਹਨਾਂ ਦੇ ਵੀ ਕੋਈ ਪੂਰਬਲੇ ਜਨਮਾਂ ਦੀ ਭਗਤੀ। ਜਿਨ੍ਹਾਂ ਘੋੜਿਆਂ ਤੇ ਗੁਰੂ ਸਾਹਿਬ ਸਵਾਰ ਹੁੰਦੇ ਸਨ, ਉਹਨਾਂ ਦੀ ਵੀ ਭਗਤੀ ਸੀ ਪਤਾ ਨਹੀਂ ਕਿੰਨੇ ਜਨਮਾਂ ਦੀ, ਕਿ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਮਹਾਰਾਜ ਜੀ ਦੀ ਸੇਵਾ ਕਰਨ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਭਾਵੇਂ ਉਹ ਬਾਜ ਸਨ ਸਤਿਗੁਰਾਂ ਦੇ, ਭਾਵੇਂ ਉਹ ਸਤਿਗੁਰਾਂ ਦੇ ਸ਼ਿਕਾਰੀ ਪੰਛੀ ਸਨ, ਉਹ ਵੀ ਭਗਤ ਹੀ ਸਨ ਪੂਰਬ ਜਨਮਾਂ ਦੇ। ਤੇ ਪੂਰਬਲੇ ਜਨਮਾਂ ਦੀ ਭਗਤੀ ਦੇ ਪ੍ਰਤਾਪ ਨਾਲ ਹੀ ਉਹਨਾਂ ਨੂੰ ਗੁਰੂ ਘਰ ਨਾਲ ਮੇਲ ਮਿਲਿਆ ਹੈ। ਏਦਾਂ ਹੀ ਬਾਬਾ ਅਰਜਾਨੀ ਮੱਲ ਜੀ, ਇਹ ਵੀ ਗੁਰੂ ਘਰ ਦੇ ਪੂਰਬਲੇ ਜਨਮ ਦੇ ਭਗਤ ਸੀ, ਤੇ ਉਹਨਾਂ ਦਾ ਵੀ ਗੁਰੂ ਘਰ ਵਿੱਚ ਜਨਮ ਹੋਇਆ। ਉਦੋਂ ਇੱਕ ਕੌਤਕ ਵੀ ਵਾਪਰਿਆ ਹੈ ਨਾਲ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਸ੍ਰੀ ਆਨੰਦ ਸਾਹਿਬ ਜੀ ਦੀ ਮਹਿਮਾ ਵਰਣਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ